ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਾਧ ਹੀ ਸੰਗੇ। ਆਨ ਦੇਨ ਗੁਰ ਮੇਲ ਗਾਏ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਾਧ ਹੀ ਸੰਗੇ। ਆਨ ਦੇਨ ਗੁਰ ਮੇਲ ਗਾਏ। ਰਹਾਉ ਮਿਲਿਓ ਮਨੋਹਰ ਸਰਬ ਸੁਖੈ ਨਾ। ਤਿਆਗ ਨਾ ਕਤਹੂ ਜਾਏ। ਅਨਕ ਅਨਕ ਭਾਂਤ ਬਹੁ ਪੇਖੇ। ਪਿਆਰੋ ਮਨਸਾ ਮਨ ਹੈ ਸਮਾਏ। ਅਨਕ ਭਾਂਤ ਅਨਕ ਅਨਕ ਭਾਂਤ ਬਹੁ ਪੇਖੇ। ਤੇਰਿਆ ਰੋਮ ਨਾ ਸੰਸਾਰ ਲਾਏ। ਮੰਦਰ ਭਾਗ ਸੋਭ ਦੁਆਰੇ। ਅਨਹਤ ਰੋਣ ਝੋਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ। ਗ੍ਰਹਿ ਤ੍ਰਿਆ ਥੀਤਾ ਸਾਧ ਥਾਏ। ਮੰਦਰ ਭਾਗ ਸੋਭ ਦੁਆਰ। ਅਨਹਤ ਰੋਣ ਝੋਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ। ਗ੍ਰਹਿ ਤ੍ਰੈ ਥੀਤ ਸਾਧ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਾਧ ਹੀ ਸੰਗੇ। ਅਣ ਦਿਨ ਗੁਰ ਮੇਲ ਗਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਰਵਣ ਕੀਤੇ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ ਸਤਿਗੁਰੂ ਜੀ ਦਾ ਲੈਣੀ ਹੈ ਨਾਮ ਔਰ ਕਰਦੇ ਹਾਂ ਸ਼ੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 533 ਉੱਪਰ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਇਮਾਨ ਨੇ ਬਿਰਾਜਮਾਨ ਨੇ। ਰਾਗ ਦੇਵ ਗੰਧਾਰੀ ਦੇ ਵਿੱਚ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਣਾ ਹੈ। ਅਗਰ ਕੋਈ ਰਾਗੀ ਜਨ ਕੋਈ ਗਾਇਕ ਜਨ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਰਾਗਾਂ ਦੇ ਵਿੱਚ ਰਾਗ ਗਾਇਨਾ ਕਰਨੀ ਚਾਹਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ ਦੇਵ ਗੰਧਾਰੀ ਹੈ। ਮਹੱਲਾ ਪੰਜਵਾਂ ਦਾ ਅਰਥ ਹੈ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਦੇ ਪਵਿੱਤਰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ਣਾ ਹੋਈ ਹੈ। एक ओंकार सतगुर प्रसाद वाहिगुरु परमात्मा खुदा अल्लाह भगवान रब केवल एक है, पर उसकी प्राप्ति केवल ते केवल सच्चे गुरु की प्राप्ति दे नाल है। सच्चे गुरु की किरपा दे नाल उस अकाल पुरख की प्राप्ति है। सच्चे गुरु की किरपा का पात्र होना, और अगर सच्चा गुरु मिले तो परमात्मा अकाल पुरख भी मिलेगा। ਅੱਜ ਦੇ ਪਹਿਲੀ ਹੀ ਪਾਵਨ ਪੰਕਤੀ ਦਾ ਸੰਬੰਧ ਰਹਾਉ ਦੇ ਨਾਲ ਹੈ। ਰਹਾਉ ਕੇਂਦਰੀ ਭਾਵ ਹੈ, ਜਿੱਥੇ ਸਤਿਗੁਰ ਨੇ ਜੋ ਕਹਿਣਾ ਹੈ ਉਹ ਕਹਿ ਦਿੱਤਾ ਜਾਂਦਾ ਹੈ। ਰਹਾਉ ਦੀ ਮੁਬਾਰਕ ਪੰਕਤੀ ਦੇ ਵਿੱਚ ਸਤਿਗੁਰ ਨੇ ਮੀਤਾ ਦੇ ਨਾਲ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਸ਼ੁਰੂਆਤ ਕੀਤੀ ਹੈ। ਭਾਵ ਸੰਬੋਧਨ ਕਰ ਰਹੇ ਨੇ, ਮੀਤਾ ਨੂੰ ਦੱਸ ਰਹੇ ਨੇ ਤੇ ਦੱਸ ਕੀ ਰਹੇ ਨੇ। ਮੀਤਾ ਐਸਾ ਹਰ ਜਿਉ ਪਾਏ, ਇਸ ਤਰੀਕੇ ਦੇ ਇਸ ਤਰ੍ਹਾਂ ਦੇ ਐਸੇ ਹਰ ਜਿਉ ਮੈਂ ਪਾਏ ਨੇ। ਕਿਹੜੇ ਹਰ ਜਿਉ ਮੈਂ ਪਾਏ ਨੇ? ਛੋੜ ਨਾ ਜਾਈ, ਜਿਹੜੇ ਛੱਡ ਕੇ ਨਹੀਂ ਜਾਂਦੇ। ਸਦ ਹੀ ਸੰਗੇ, ਜਿਹੜੇ ਸਦਾ ਹੀ ਸੰਗੇ ਨੇ। ਸਦਾ ਅੰਗ ਸੰਗੇ ਅਭੰਗੰ ਬਭੂਤੇ, ਔਰ ਜਿਨ੍ਹਾਂ ਦੇ ਨਾਲ ਮੈਂ ਕਰਦਾ ਕਿ ਹਾਂ ਅਨ ਦਿਨ ਗੁਰ ਮਿਲ ਗਾਏ। ਹਰ ਰੋਜ਼ ਅਨ ਦਿਨ ਅਤੇ ਰਾਤ ਗੁਰੂ ਦੇ ਨਾਲ ਮਿਲ ਕੇ ਅਕਾਲ ਦੀ ਉਸਤਤ ਦੇ ਗੀਤ ਮੈਂ ਗਾਏ ਨੇ, ਔਰ ਐਸੇ ਹਰ ਜੀਉ ਮੈਂ ਪਾ ਲਏ ਨੇ। ਇਸ ਤਰ੍ਹਾਂ ਦੇ ਮੈਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਕੀਤੇ ਨੇ, ਜਿਹੜੇ ਕਿ ਹੁਣ ਕਦੀ ਮੈਨੂੰ ਛੱਡ ਕੇ ਨਹੀਂ ਜਾਣਗੇ। ਸੰਗ ਨੇ ਅਨ ਦਿਨ ਗੁਰ ਮਿਲ ਗਾਏ। ਬੜੀ ਸਪਸ਼ਟ ਔਰ ਬੜੀ ਸਾਫ਼ ਗੱਲ ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਮੁਬਾਰਕ ਰਹਾਉ ਦੀ ਪੰਕਤੀ ਵਿੱਚ ਸਾਨੂੰ ਸਮਝਾ ਦਿੱਤੀ ਹੈ। ਅਕਾਲ ਪੁਰਖ ਦੀ ਪਰਿਭਾਸ਼ਾ, ਅਕਾਲ ਪੁਰਖ ਦੀ ਡੈਫੀਨੇਸ਼ਨ ਹੀ ਇਹੋ ਹੀ ਹੈ ਕਿ ਜੇ ਇੱਕ ਵਾਰੀ ਮਨੁੱਖ ਨੂੰ ਮਿਲ ਗਏ ਤਾਂ ਹਮੇਸ਼ਾ ਹੀ ਫਿਰ ਉਹ ਮਿਲੇ ਰਹਿਣਗੇ। ਭਾਵ ਮਿਲਣ ਦਾ ਜਿਹੜਾ ਵੇਲਾ ਹੈ ਉਹ ਅਗਰ ਮਨੁੱਖ ਨੇ ਸੰਭਾਲ ਲਿਆ ਔਰ ਪਾ ਲਿਆ ਪਰਮਾਤਮਾ ਨੂੰ, ਅਕਾਲ ਪੁਰਖ ਨੂੰ, ਫਿਰ ਅਨ ਦਿਨ ਉਸ ਅਕਾਲ ਪੁਰਖ ਦੀ ਉਸਤਤ ਦੇ ਰਾਹੀਂ ਉਸ ਨੂੰ ਇਸ ਜੀਵਨ ਦੇ ਵਿੱਚ ਸੰਭਾਲਣ ਤੋਂ ਬਾਅਦ ਫਿਰ ਉਹ ਛੋੜ ਨਾ ਜਾਈ। ਇਸ ਜੀਵਨ ਤੋਂ ਬਾਅਦ ਵੀ ਉਹ ਛੱਡੇਗਾ ਨਹੀਂ। ਔਰ ਇਹੋ ਹੀ ਸ਼ਾਇਦ ਮਨੁੱਖ ਦੀ ਮੁਕਤੀ ਹੈ, ਜਿਹਨੂੰ ਆਪਾਂ ਸਾਲਵੇਸ਼ਨ ਕਹਿੰਦੇ ਹਾਂ। ਕਿਉਂਕਿ ਅਕਾਲ ਪੁਰਖ ਦੇ ਬਾਬਤ ਸਤਿਗੁਰ ਨੇ ਸਪਸ਼ਟ ਰੂਪ ਦੇ ਵਿੱਚ ਮਨੁੱਖ ਨੂੰ ਸਮਝਾਇਆ ਕਿ ਨਾ ਉਹ ਮਰੇ ਨਾ ਹੋਵੇ ਸੋਗ। ਉਹ ਅਕਾਲ ਪੁਰਖ ਕਦੀ ਮਰਦਾ ਨਹੀਂ। ਇਸ ਕਰਕੇ ਜਿਸ ਨੇ ਮਰਨਾ ਨਹੀਂ, ਜੇ ਮਨੁੱਖ ਉਸ ਦੇ ਵਿੱਚ ਲੀਨ ਹੋ ਜਾਂਦਾ ਤਾਂ ਫਿਰ ਮਨੁੱਖ ਵੀ ਅਕਾਲ ਦਾ ਹੀ ਰੂਪ ਹੋ ਜਾਏਗਾ, ਔਰ ਉਸ ਰੂਪ ਦੇ ਨਾਲ ਫਿਰ ਸੰਗੇ ਵੀ ਹੈ ਔਰ ਛੋੜ ਨਾ ਜਾਈ ਦੀ ਕਿਰਿਆ ਵੀ ਹੈ। ਤੋ ਐਸੀ ਅਵਸਥਾ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਮੀਤਾ ਐਸੇ ਹਰ ਜਿਉ ਪਾਏ, ਇਸ ਤਰੀਕੇ ਦੇ ਹਰ ਜਿਉ ਮੈਂ ਪਾਏ ਨੇ। ਔਰ ਸਪਸ਼ਟ ਰੂਪ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਪਤਵੰਤ ਪ੍ਰਭੂ, ਇਹੋ ਜਿਹੇ ਅਕਾਲ ਪੁਰਖ ਮੈਨੂੰ ਪ੍ਰਾਪਤ ਹੋਏ ਨੇ, ਜਿਹੜੇ ਮੈਨੂੰ ਛੱਡ ਕੇ ਨਹੀਂ ਜਾਣਗੇ ਔਰ ਮੇਰੇ ਨਾਲ ਹੀ ਰਹਿਣਗੇ। ਇਸੇ ਕਰਕੇ ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜਿਹੜੀ ਕਾਵਿ ਨਾਇਕਾ ਹੈ ਉਹ ਸੁਹਾਗਣ ਹੈ। ਤੋ ਸੁਹਾਗਣ ਦਾ ਮਤਲਬ ਕੀ ਹੈ? ਜਿਹੜੀ
ਪ੍ਰਭੂ ਰੂਪੀ ਪਤੀ ਨੂੰ ਪ੍ਰਾਪਤ ਕਰ ਚੁੱਕੀ ਜੀਵ ਰੂਪੀ ਇਸਤਰੀ, ਸੁਹਾਗਣ ਜੀਵ ਰੂਪੀ ਇਸਤਰੀ। ਇਸੇ ਕਰਕੇ ਸਤਿਗੁਰੂ ਨੇ ਜਿੱਥੇ ਸੁਹਾਗਣ ਦਾ ਜ਼ਿਕਰ ਕੀਤਾ ਹੈ ਪਵਿੱਤਰ ਬਾਣੀ ਦੇ ਵਿੱਚ, ਉੱਥੇ ਨਾਲ ਸਦਾ ਜੋੜਿਆ, ਨਾਨਕ ਸਦਾ ਸੁਹਾਗਣ ਜਿਨ ਜੋਤੀ ਜੋਤ ਸਮਾਏ। ਕਿਉਂਕਿ ਜੇ ਜੀਵ ਰੂਪੀ ਇਸਤਰੀ ਨੂੰ ਇੱਕ ਵਾਰੀ ਪ੍ਰਭੂ ਰੂਪੀ ਪਤੀ ਮਿਲ ਗਿਆ ਤਾਂ ਫਿਰ ਉਹ ਸਦਾ ਹੀ ਸੁਹਾਗਣ ਹੈ। ਉਹ ਫਿਰ ਬੇਵਾ ਜਾਂ ਵਿਧਵਾ ਨਹੀਂ ਹੋਵੇਗੀ, ਕਿਉਂਕਿ ਉਹ ਪਤੀ ਜਿਸ ਨੂੰ ਉਹ ਪ੍ਰਾਪਤ ਕਰ ਚੁੱਕੀ ਉਹ ਕਦੀ ਮਰਦਾ ਨਹੀਂ। ਔਰ ਜੀਵ ਰੂਪੀ ਇਸਤਰੀ ਹਮੇਸ਼ਾ ਹੀ ਉਸ ਦੀ ਸੁਹਾਗਣ ਅਵਸਥਾ ਦੇ ਵਿੱਚ ਉਸ ਦੇ ਨਾਲ ਅਨਦਿਨ ਭਾਵ ਇਹੋ ਹੀ ਹੈ, ਲੀਨ ਹੋ ਜਾਣ ਦੀ ਉਹ ਭਾਵਨਾ। ਛੋੜ ਨਾ ਜਾਈ ਸਦ ਹੀ ਸੰਗੇ ਅਨਦਿਨ ਗੁਰ ਮਿਲ ਗਾਏ। ਰਹਾਓ। ਮਿਲਿਓ ਮਨੋਹਰ ਸਰਬ ਸੁਖ ਹੈ ਨਾ, ਤਿਆਗ ਨਕਤ ਹੂੰ ਜਾਏ। ਜਿਹੜਾ ਅਕਾਲ ਪੁਰਖ ਮੈਨੂੰ ਮਿਲਿਆ ਹੈ ਉਹ ਮਨੋਹਰ ਹੈ। ਮਨੋਹਰ ਦਾ ਮਤਲਬ ਹੈ ਦਿਲਕਸ਼, ਦਿਲਕਸ਼, ਮਨਮੋਹਨ, ਮਨਮੋਹਕ, ਮਨ ਨੂੰ ਖਿੱਚਣ ਵਾਲਾ। ਜਿਵੇਂ ਆਪਾਂ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਪਾਠ ਕਰਦੇ ਹਾਂ, ਸਾਧ ਕੇ ਸੰਗ ਮਨੋਹਰ ਬੈਨ। ਬੈਨ ਦਾ ਮਤਲਬ ਹੈ ਬਚਨ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਤਾਂ ਮਨ ਖਿੱਚਣ ਵਾਲਾ ਦਿਲਕਸ਼ ਇੱਕ ਐਸੀ ਅਵਸਥਾ ਜਿੱਥੇ ਮਨੁੱਖ ਉਸ ਮਨੋਹਰ ਅਕਾਲ ਪੁਰਖ ਮਾਲਕ ਦਾ ਔਰ ਉਸ ਦੀ ਰਜ਼ਾ ਦਾ ਆਨੰਦ ਮਾਣਦਾ ਹੈ, ਔਰ ਉਸ ਵਕਤ ਉਸ ਨੂੰ ਉਹ ਮਿਲਿਆ ਹੋਇਆ ਮਹਿਸੂਸ ਹੁੰਦਾ ਹੈ। ਮਿਲਿਓ ਮਨੋਹਰ ਸਰਬ ਸੁਖ ਹੈ ਨਾ। ਅਕਾਲ ਪੁਰਖ ਨੂੰ ਮਿਲਣ ਤੋਂ ਬਾਅਦ ਹੀ ਸਰਬ ਸੁਖ ਹੈ ਨਾ ਹੈ। ਦੁਨੀਆ ਦੇ ਵਿੱਚ ਕਦੀ ਵੀ ਕੋਈ ਮਨੁੱਖ ਪੂਰੀ ਤਰ੍ਹਾਂ ਦੇ ਨਾਲ ਕਦੀ ਵੀ ਸੁਖੀ ਨਹੀਂ, ਕਿਉਂਕਿ ਦੁਨੀਆ ਦੇ ਵਿੱਚ ਮਨੁੱਖ ਨੂੰ ਹਰ ਸ਼ੈ, ਹਰ ਚੀਜ਼ ਕਦੀ ਨਹੀਂ ਮਿਲਦੀ, ਔਰ ਇਸੇ ਕਾਰਨ ਉਹ ਦੁਖੀ ਹੈ ਕਿ ਆਹ ਵਾਲੀ ਚੀਜ਼ ਮੈਨੂੰ ਕਿਉਂ ਨਹੀਂ ਮਿਲੀ। ਜਿਹਨੂੰ ਸਤਿਗੁਰ ਨੇ ਸਪਸ਼ਟ ਕੀਤਾ ਹੈ, 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵੀ ਖੋਟ ਗਵਾਵੇ। ਔਰ ਫਿਰ ਪ੍ਰਸ਼ਨ ਕੀਤਾ ਹੈ, ਏਕ ਵੀ ਨਾ ਦੇ 10 ਵੀ ਹਰਲੇ, ਤੋ ਮੂੜਾ ਕੋ ਕਹਾ ਕਰੇ। 10 ਵਸਤੂ ਲੈ ਪਾਛੇ ਪਾਵੇ। ਜਿਹੜੀਆਂ 10 ਵਸਤੂਆਂ ਮਿਲੀਆਂ ਨੇ ਉਸ ਦਾ ਧੰਨਵਾਦ ਨਹੀਂ ਹੈ, ਲੇਕਿਨ ਜਿਹੜੀ ਇੱਕ ਨਹੀਂ ਮਿਲੀ ਉਸ ਦਾ ਗਿਲਾ, ਉਸ ਦਾ ਸ਼ਿਕਵਾ ਜ਼ਰੂਰ ਹੈ। ਲੇਕਿਨ ਦੁਨੀਆ ਦੇ ਵਿੱਚ ਮਨੁੱਖ ਨੂੰ ਹਰ ਵਸਤੂ ਕਦੀ ਨਹੀਂ ਮਿਲਦੀ, ਹਰ ਉਸ ਦੀ ਕਾਮਨਾ ਕਦੀ ਪੂਰੀ ਨਹੀਂ ਹੁੰਦੀ। ਪਰ ਗੁਰਸਿੱਖ ਦੀ ਹਰ ਕਾਮਨਾ ਪੂਰੀ ਹੈ। ਕਿਉਂ? ਗੁਰਸਿੱਖ ਕੀ ਸੰਸਾਰ ਤੋਂ ਅਲੱਗ ਹੈ ਕਿ ਗੁਰਸਿੱਖ ਦੇ ਲਈ ਇਹ ਲਾਰਾ ਹੈ ਕਿ ਤੇਰੀ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ? ਨਹੀਂ, ਬਿਲਕੁਲ ਨਹੀਂ। ਲੇਕਿਨ ਗੁਰਸਿੱਖ ਆਪਣੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋਣੀਆਂ ਕਿਉਂ ਸਮਝ ਰਿਹਾ? ਕਿਉਂਕਿ ਗੁਰਸਿੱਖ ਨੇ ਆਪਣੀਆਂ ਖਾਹਿਸ਼ਾਂ ਆਪਣੇ ਅਕਾਲ ਪੁਰਖ ਦੇ ਅੱਗੇ ਸਰੈਂਡਰ ਕਰ ਦਿੱਤੀਆਂ ਨੇ, ਆਪਣੀਆਂ ਇੱਛਾਵਾਂ ਉਹਦੇ ਅੱਗੇ ਸਰੈਂਡਰ ਕਰ ਦਿੱਤੀਆਂ ਨੇ। ਮੇਰੀ ਆਪਣੀ ਕੋਈ ਇੱਛਾ ਨਹੀਂ, ਜੋ ਤੇਰੀ ਇੱਛਾ ਉਹ ਮੇਰੀ ਇੱਛਾ। ਕਿਉਂਕਿ ਸੰਸਾਰ ਦੇ ਵਿੱਚ ਇੱਛਾ ਕੇਵਲ ਅਕਾਲ ਪੁਰਖ ਹੀ ਆਪਣੀ ਪੂਰੀ ਕਰਦਾ ਹੈ। ਮਨੁੱਖ ਦੀ ਕਦੀ ਕੋਈ ਇੱਛਾ ਪੂਰੀ ਹੁੰਦੀ ਹੀ ਨਹੀਂ। ਪਰ ਮਨੁੱਖ ਇੱਕ ਭਰਮ ਭੁਲੇਖੇ ਦੇ ਵਿੱਚ ਜਿਉਂਦਾ ਹੈ ਕਿ ਇਸ ਚੀਜ਼ ਦੀ ਮੈਂ ਕਾਮਨਾ ਕੀਤੀ ਸੀ, ਇੱਛਾ ਕੀਤੀ ਸੀ, ਇਹ ਮੈਨੂੰ ਮਿਲ ਗਈ ਹੈ, ਇਹ ਸ਼ਾਇਦ ਮੇਰੀ ਇੱਛਾ ਪੂਰੀ ਹੋ ਗਈ ਹੈ। ਇਹ ਨਹੀਂ ਮਿਲੀ, ਇਸ ਕਰਕੇ ਇਹ ਮੇਰੀ ਇੱਛਾ ਪੂਰੀ ਨਹੀਂ ਹੋਈ। ਦੋਨਾਂ ਹੀ ਹਾਲਾਤਾਂ ਦੇ ਵਿੱਚ ਮਨੁੱਖ ਨੂੰ ਜਿਸ ਵਸਤੂ ਦੀ ਉਸਨੇ ਇੱਛਾ ਕੀਤੀ ਸੀ, ਜੇ ਉਸਨੂੰ ਮਿਲੀ ਹੈ ਤਾਂ ਵੀ, ਜੇ ਉਸਨੂੰ ਮਿਲੀ ਹੈ ਨਾ ਤਾਂ ਵੀ, ਦੋਨਾਂ ਹੀ ਹਾਲਾਤਾਂ ਦੇ ਵਿੱਚ ਇੱਛਾ ਅਕਾਲ ਪੁਰਖ ਨੇ ਆਪਣੀ ਪੂਰੀ ਕੀਤੀ ਹੈ। ਪਰ ਗੁਰਸਿੱਖ ਹੋ ਕੇ ਮਨੁੱਖ ਇਸ ਗੱਲ ਨੂੰ ਸਮਝ ਜਾਂਦਾ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਦੇਣਾ। ਹੁਣ ਸਤਿਗੁਰ ਨੇ ਗੱਲ ਜਿਹੜੀ ਮਨੁੱਖ ਨੂੰ ਸਮਝਾਈ ਉਹ ਇਹ ਹੈ ਕਿ ਕਿਤੇ ਦੁਨਿਆਵੀ ਕਰਮ ਕਾਂਡਾਂ ਦੇ ਵਿੱਚ ਨਾ ਪੈ ਜਾਏ ਕਿ ਤੈਨੂੰ ਕੋਈ ਗਊ ਆ ਕੇ ਤੇਰੀ ਇੱਛਾ ਪੂਰੀ ਕਰੇਗੀ। ਐਸੀ ਭਾਵਨਾ ਦੇ ਨਾਲ ਜਿਵੇਂ ਸੰਸਾਰ ਦੇ ਵਿੱਚ ਕਿ ਕੋਈ ਲਕਸ਼ਮੀ ਦੀ ਦੇਵੀ ਹੈ ਜਿਹੜੀ ਤੇਰੀ ਧਨ ਦੀ ਪੂਰਤੀ ਕਰੇਗੀ, ਕੋਈ ਚਿੰਤਾਮਣੀ ਪੂਰੀ ਹੈ ਦੇਵੀ ਜਿਹੜੀ ਤੇਰੀ ਚਿੰਤਾ ਦੂਰ ਕਰੇਗੀ, ਐਸੀ ਕਦੀ ਕਾਮਨਾ ਦੇ ਨਾਲ ਨਾ ਜੀਵੀ ਸੰਸਾਰ ਦੇ ਵਿੱਚ। ਕਿਉਂਕਿ ਅਗਰ ਐਸੀ ਕਾਮਨਾ ਦੇ ਨਾਲ ਜੀਵਿਆ ਤਾਂ ਦੁੱਖ ਹੀ ਪ੍ਰਾਪਤ ਹੋਏਗਾ। ਇੱਕ ਅਕਾਲ ਪੁਰਖ ਨੂੰ ਛੱਡ ਕੇ ਲਕਸ਼ਮੀ ਦੀ ਪੂਜਾ ਕਰਦਾ ਰਹੇਗਾ ਔਰ
ਧਰਮ ਦੇ ਵਿੱਚ ਵੀ ਮਾਇਆ ਨੂੰ ਲੈ ਆਏਗਾ, ਫਿਰ ਧਰਮ ਨਾ ਰਹਿ ਜਾਏਗਾ, ਕਿਉਂਕਿ ਧਰਮ ਦੇ ਵਿੱਚ ਮਾਇਆ ਦਾ ਕੋਈ ਸਥਾਨ ਨਹੀਂ ਹੈ, ਧਰਮ ਦੇ ਵਿੱਚ ਮੋਹ ਦਾ ਕੋਈ ਸਥਾਨ ਨਹੀਂ ਹੈ, ਧਰਮ ਦੇ ਵਿੱਚ ਅਹੰਕਾਰ ਦਾ ਕੋਈ ਸਥਾਨ ਨਹੀਂ ਹੈ। ਇੱਕ ਵਿਅਕਤੀ ਮੈਨੂੰ ਮਿਲਿਆ, ਬੜਾ ਵਿਦਵਾਨ ਸੀ ਔਰ ਕਥਾ ਲੈਕਚਰ ਆਦਿ ਕੀਰਤਨ ਵੀ ਕਰਿਆ ਕਰਦਾ ਸੀ, ਵਿਦਵਾਨ ਸੀ, ਉਸ ਦੀ ਵਿਦਵਤਾ ਦੇ ਵਿੱਚ ਕੋਈ ਸ਼ੱਕ ਨਹੀਂ। ਮੈਨੂੰ ਕਹਿਣ ਲੱਗਾ ਕਿ ਇੱਕ ਚੀਜ਼ ਪਰਮਾਤਮਾ ਦੇ ਕੋਲ ਵੀ ਨਹੀਂ ਹੈ, ਇੱਕ ਚੀਜ਼ ਅਕਾਲ ਪੁਰਖ ਦੇ ਕੋਲ ਵੀ ਨਹੀਂ ਹੈ। ਹੁਣ ਐਸੀ ਕਿਹੜੀ ਚੀਜ਼ ਹੋ ਸਕਦੀ ਹੈ ਜਿਹੜੀ ਅਕਾਲ ਪੁਰਖ ਦੇ ਕੋਲ ਨਹੀਂ ਹੈ? ਜਿਸ ਵਕਤ ਐਸਾ ਕਿਹਾ ਜਾਏਗਾ ਤਾਂ ਹਰ ਵਿਅਕਤੀ ਇਸ ਗੱਲ ਨੂੰ ਸੋਚਣ ਤੇ ਮਜਬੂਰ ਹੋਵੇਗਾ ਕਿ ਕਿਹੜੀ ਉਹ ਵਸਤੂ ਹੈ, ਕਿਹੜੀ ਉਹ ਚੀਜ਼ ਹੈ ਵਾਕਈ ਜਿਹੜੀ ਅਕਾਲ ਪੁਰਖ ਦੇ ਕੋਲ ਨਹੀਂ ਹੈ। ਕਿਉਂਕਿ ਗੁਰਮਤਿ ਦੇ ਵਿੱਚ ਸਤਿਗੁਰ ਜਿਹੜੀ ਗੱਲ ਸਾਨੂੰ ਸਮਝਾਉਂਦੇ ਨੇ, ਸੱਚੇ ਮੇਰੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਵਿੱਚ ਸੁਭਾਵੇ ਤੇਰੇ ਘਰ ਕਿਹੜੀ ਐਸੀ ਚੀਜ਼ ਨਹੀਂ ਹੈ। ਜੇ ਉਹ ਮਨੁੱਖ ਐਸਾ ਕਹਿ ਰਿਹਾ ਹੈ, ਵਿਦਵਾਨ ਐਸਾ ਕਹਿ ਰਿਹਾ ਹੈ, ਤਾਂ ਉਸ ਦੀ ਗੱਲ ਵਿੱਚ ਕੋਈ ਲੌਜਿਕ ਤਾਂ ਜ਼ਰੂਰ ਹੋਵੇਗਾ। ਜਦ ਸਤਿਗੁਰ ਕਹਿ ਰਹੇ ਨੇ ਕਿ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਕੋਈ ਐਸੀ ਵਸਤੂ ਤੇਰੇ ਘਰ ਦੇ ਵਿੱਚ ਨਹੀਂ ਜਿਹੜੀ ਨਹੀਂ ਹੈ, ਤਾਂ ਫਿਰ ਮੈਨੂੰ ਪੁੱਛਣਾ ਹੀ ਪਿਆ ਕਿ ਦੱਸੋ ਕਿਹੜੀ ਐਸੀ ਵਸਤੂ ਹੈ ਜਿਹੜੀ ਉਸ ਅਕਾਲ ਪੁਰਖ ਦੇ ਕੋਲ ਵੀ ਨਹੀਂ ਹੈ। ਕਹਿਣ ਲੱਗਾ ਹਉਮੈ। ਉਸ ਪੁਰਸ਼ ਨੇ, ਉਸ ਪ੍ਰਾਣੀ ਨੇ ਗੱਲ ਤਾਂ ਜ਼ਰੂਰ ਕਹੀ, ਅਸਲ ਦੇ ਵਿੱਚ ਉਹ ਕਰਨਾ ਤਾਂ ਅਕਾਲ ਪੁਰਖ ਦੀ ਉਸਤਤ ਹੀ ਚਾਹ ਰਿਹਾ ਸੀ ਕਿ ਦੇਖੋ ਜੀ ਹਉਮੈ ਅਕਾਲ ਪੁਰਖ ਦੇ ਕੋਲ ਵੀ ਨਹੀਂ ਹੈ। ਕਰਨਾ ਉਹ ਇਸ ਪੱਖੋਂ ਉਸਤਤ ਹੀ ਚਾਹ ਰਿਹਾ ਸੀ, ਉਸ ਦੀ ਵਿਦਵਤਾ ਦੇ ਵਿੱਚ, ਉਸ ਦੀ ਉਸਤਤ ਕਰਨ ਦੀ ਭਾਵਨਾ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ, ਕੋਈ ਸ਼ੱਕ ਨਹੀਂ। ਲੇਕਿਨ ਗੱਲ ਗਲਤ ਹੈ। ਮੈਂ ਉਸ ਨੂੰ ਕਿਹਾ ਕਿ ਜੇ ਤੂੰ ਇਹ ਕਹਿਣਾ ਕਿ ਅਕਾਲ ਪੁਰਖ ਦੇ ਕੋਲ ਹਉਮੈ ਨਹੀਂ ਹੈ ਤਾਂ ਫਿਰ ਅਕਾਲ ਪੁਰਖ ਦੇ ਕੋਲ ਕਾਮ ਵੀ ਨਹੀਂ ਹੈ, ਕ੍ਰੋਧ ਵੀ ਨਹੀਂ ਹੈ, ਲੋਭ ਵੀ ਨਹੀਂ ਹੈ, ਮੋਹ ਵੀ ਨਹੀਂ ਹੈ। ਔਰ ਸਤਿਗੁਰ ਨੇ ਤੇ ਫਿਰ ਪਹਿਲੇ ਕਹਿਤਾ ਨਿਰਭਉ ਨਿਰਵੈਰ। ਪਰ ਮੈਂ ਇੱਥੇ ਤੇਰੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦਾ। ਅਕਾਲ ਪੁਰਖ ਦੇ ਕੋਲੋਂ ਹੀ ਤਾਂ ਸਭ ਕੁਝ ਆ ਰਿਹਾ ਹੈ। ਜਿਹੜਾ ਇਹ ਮਾਇਆ ਦਾ ਜਾਲ ਹੈ, ਇਹ ਵਿਛਾਇਆ ਕਿਸ ਨੇ? ਅਕਾਲ ਪੁਰਖ ਨੇ। ਜੇ ਮਾਇਆ ਦਾ ਜਾਲ ਵਿਛਾਉਣ ਵਾਲਾ ਹੀ ਮਾਇਆ ਤੋਂ ਰਹਿਤ ਹੋਏਗਾ ਤਾਂ ਉਹ ਮਾਇਆ ਦਾ ਜਾਲ ਵਿਛਾਏਗਾ ਕਿਵੇਂ? ਸਤਿਗੁਰ ਨੇ ਇਹੋ ਹੀ ਗੱਲ ਸਾਨੂੰ ਸਮਝਾਈ ਹੈ ਕਿ ਮਾਇਆ ਤੋਂ ਰਹਿਤ ਨਹੀਂ ਹੈ ਉਹ, ਲੇਕਿਨ ਮਾਇਆ ਦੇ ਵਿੱਚ ਸਮਾਉਂਦਾ ਨਹੀਂ ਹੈ, ਮਾਇਆ ਦੇ ਵਿੱਚ ਲਿਪਤਦਾ ਨਹੀਂ ਹੈ। ਲਿਪਤ ਨਾ ਮਾਇਆ, ਸਪਸ਼ਟ ਰੂਪ ਦੇ ਵਿੱਚ ਜਿਹੜੀ ਸਤਿਗੁਰ ਨੇ ਸਾਨੂੰ ਗੱਲ ਕਹੀ ਹੈ। ਜਾਲ ਉਸ ਨੇ ਵਿਛਾਇਆ ਹੈ, ਉਸ ਦੇ ਕੋਲ ਸੀ ਤਾਂ ਵਿਛਾਇਆ ਹੈ। ਹਉਮੈ ਉਸ ਨੇ ਹੀ ਦਿੱਤੀ ਹੈ ਮਨੁੱਖ ਨੂੰ, ਉਸ ਦੇ ਕੋਲ ਸੀ ਤਾਂ ਦਿੱਤੀ ਹੈ ਨਾ। ਹਰ ਚੀਜ਼ ਉਸ ਪਾਸੋਂ ਹੀ ਆ ਰਹੀ ਹੈ। ਕਿਵੇਂ ਕਹਿ ਸਕਦੇ ਹਾਂ ਕਿ ਉਸ ਦੇ ਕੋਲ ਹਉਮੈ ਨਹੀਂ ਹੈ? ਹਾਂ, ਹਉਮੈ ਉਹ ਕਰਦਾ ਨਹੀਂ ਹੈ। ਔਰ ਇਹੋ ਗੱਲ ਮਨੁੱਖ ਨੂੰ ਉਸਨੇ ਸਮਝਾਈ ਹੈ ਕਿ ਤੈਨੂੰ ਵੀ ਦਿੱਤੀ ਹੈ ਹਉਮੈ, ਪਰ ਕਰੀ ਨਾ। ਇਹੋ ਧਰਮ ਹੈ। ਕਿਹੜਾ ਐਸਾ ਮਨੁੱਖ ਹੈ ਜਿਸ ਦੇ ਕੋਲ ਕਰੋਧ ਨਹੀਂ? ਕਿਹੜਾ ਐਸਾ ਮਨੁੱਖ ਹੈ ਜਿਸ ਦੇ ਕੋਲ ਕਾਮ ਨਹੀਂ ਹੈ, ਅਹੰਕਾਰ ਨਹੀਂ ਹੈ? ਕਿਹੜਾ ਐਸਾ ਮਨੁੱਖ ਹੈ? ਔਰ ਸਤਿਗੁਰ ਨੇ ਉਸ ਦੇ ਵਿੱਚ ਹੀ ਮਨੁੱਖ ਨੂੰ ਧਰਮ ਦੀ ਭਾਵਨਾ ਸਮਝਾਈ ਹੈ। ਸਭ ਕੁਝ ਹੁੰਦਿਆਂ ਸੁਣਦਿਆਂ ਤਿਆਗ ਹੋਵੇ, ਹੋਵੇ ਸਭ ਕੁਝ ਪਰ ਹਉਮੈ ਨਾ ਹੋਵੇ, ਹੋਵੇ ਸਭ ਕੁਝ ਪਰ ਮੋਹ ਨਾ ਹੋਵੇ। ਤੇ ਮੋਹ ਕੀ ਹੈ? ਗੁਰਸਿੱਖ ਵੀ ਪਰਿਵਾਰ ਪਾਲਦਾ ਲੇਕਿਨ ਮੋਹ ਤੋਂ ਰਹਿਤ ਹੋ ਕੇ। ਤੇ ਜਿਹੜੇ ਪੁੱਤਰ ਮੋਹ ਦੇ ਵਿੱਚ ਨੇ ਉਹ ਭ੍ਰਿਸ਼ਟਾਚਾਰੀ ਇਸੇ ਕਰਕੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪੁੱਤਰ ਦਾ ਮੋਹ ਹੈ। ਉਹ ਚਾਹੁੰਦੇ ਨੇ ਕਿ ਮੇਰੇ ਤੋਂ ਬਾਅਦ ਇਹੋ ਹੀ ਮੇਰੀ ਕੁਰਸੀ ਤੇ, ਇਹੋ ਮੇਰੀ ਗੱਦੀ ਤੇ ਬੈਠੇ। ਇਸ ਕਰਕੇ ਉਹ ਭ੍ਰਿਸ਼ਟਾਚਾਰ ਕਰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਚਾਹੇ ਮੈਂ ਭ੍ਰਿਸ਼ਟਾਚਾਰ ਹੀ ਕਰਾਂ। ਇਹ ਮੋਹ ਹੈ, ਇਹ ਪੁੱਤਰ ਮੋਹ ਹੈ ਜਿਹੜਾ ਮਨੁੱਖ ਨੂੰ ਗੁਨਾਹ ਕਰਵਾਉਂਦਾ ਹੈ। ਇਸ ਕਰਕੇ ਮੋਹ ਦੇ ਜਾਲ ਵਿੱਚ ਫਸ ਕੇ, ਮਾਇਆ ਦੇ ਜਾਲ ਵਿੱਚ ਫਸ ਕੇ, ਲੋਭ ਦੇ ਜਾਲ ਵਿੱਚ ਫਸ ਕੇ ਮਨੁੱਖ ਗੁਨਾਹ ਕਰਦਾ ਹੈ ਔਰ ਪਰਮਾਤਮਾ ਤੋਂ ਦੂਰ ਹੋ ਜਾਂਦਾ। ਭਾਵੇਂ ਉਹ ਕਰੀ ਵਾਹਿਗੁਰੂ ਵਾਹਿਗੁਰੂ ਜਾਵੇ। ਹੈ ਚਿਹਰੇ ਉਹਨਾਂ ਦੇ ਵੀ ਹੋ ਸਕਦਾ ਗੁਰਸਿੱਖਾਂ ਵਾਲੇ ਹੀ ਹੋਣ, ਰਾਮ ਰਾਮ ਰੱਬ ਰੱਬ ਕਰਨ ਵਾਲੇ। ਕੁਛ ਲੋਕ ਚਿਹਰੇ ਐਸੇ ਬਣਾ ਲੈਂਦੇ ਨੇ ਕਿ ਭੁਲੇਖਾ ਪੈਂਦਾ ਕਿ ਉਹ ਧਰਮੀ ਨੇ, ਲੇਕਿਨ ਭਾਵਨਾ ਧਰਮ ਦੀ ਨਹੀਂ, ਕਿਉਂਕਿ ਮੋਹ ਛੱਡਦਾ ਨਹੀਂ। ਤੋ ਜਿਸ ਵਕਤ ਮਨੁੱਖ ਦੀ ਅਵਸਥਾ ਇਹਨਾਂ ਸਾਰੀਆਂ ਗੱਲਾਂ ਤੋਂ ਉੱਚੀ ਉੱਠ ਜਾਂਦੀ ਹੈ, ਸੰਸਾਰ ਵਿੱਚ ਰਹਿ ਕੇ ਮੋਹ ਦੀ ਭਾਵਨਾ ਜਗੇ ਨਾ, ਔਰ ਜੇ ਜਗੇ ਤਾਂ ਗੁਰਬਾਣੀ ਮਨੁੱਖ ਦੇ ਕੋਲ
ਗੁਰਮੁਖ ਇਸ ਅਵਸਥਾ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਹੈ ਕਿ ਉਸ ਦੀਆਂ ਆਪਣੀਆਂ ਖੁਆਇਸ਼ਾਂ ਰਹਿੰਦੀਆਂ ਹੀ ਨਹੀਂ, ਕਿਉਂਕਿ ਉਸ ਨੇ ਆਪਣਾ ਆਪਾ, ਆਪਣੀਆਂ ਇੱਛਾਵਾਂ, ਆਪਣੀਆਂ ਖੁਆਇਸ਼ਾਂ, ਆਪਣਾ ਮਨ, ਆਪਣਾ ਮਸਤਕ ਉਸ ਅਕਾਲ ਪੁਰਖ ਦੇ ਹਵਾਲੇ ਕਰ ਦਿੱਤਾ ਹੁੰਦਾ ਹੈ। ਔਰ ਇਸੇ ਕਰਕੇ ਮਨੁੱਖ ਜਿਸ ਵਕਤ ਮੱਥਾ ਟੇਕਦਾ ਹੈ, ਆਪਣਾ ਮਸਤਕ ਝੁਕਾਉਂਦਾ ਹੈ, ਮਨ ਨਾਲ ਝੁਕਦਾ ਹੈ, ਲੇਕਿਨ ਜਿਸ ਨੇ ਸਰੀਰਕ ਰੂਪ ਦੇ ਵਿੱਚ ਮਸਤਕ ਔਰ ਮਨ ਝੁਕਾਇਆ ਉਸ ਨੂੰ ਇਹ ਗੱਲ ਨਹੀਂ ਸਮਝ ਲੱਗਦੀ। ਇਸੇ ਕਰਕੇ ਉਹ ਗੁਰਦੁਆਰ ਜਾ ਕੇ ਵੀ ਹਉਮੈ ਨੂੰ ਆਪਣੀ ਨਾਲ ਲੈ ਜਾਂਦਾ ਹੈ। ਆਪਨੇ ਦੇਖਿਆ ਹੋਵੇਗਾ ਕਿ ਕੁਝ ਮਾਤਾਵਾਂ ਗੁਰੂ ਦੇ ਹਜ਼ੂਰ ਆਉਂਦੀਆਂ ਨੇ ਔਰ ਨਾਲ ਬੱਚਾ ਹੁੰਦਾ ਹੈ, ਉਸ ਨੂੰ ਜ਼ਬਰਦਸਤੀ ਮੱਥਾ ਟਿਕਾਉਂਦੀਆਂ ਨੇ। ਕਈ ਵਾਰੀ ਉਹ ਟੇਕਣਾ ਵੀ ਨਹੀਂ ਚਾਹੁੰਦਾ, ਉਸ ਦੀ ਗਰਦਨ ਤੱਕ ਪਕੜ ਲੈਂਦੀਆਂ ਨੇ, ਟੇਕ ਮੱਥਾ। ਫਿਰ ਉਹ ਟੇਕ ਦਿੰਦਾ ਹੈ। ਬੱਚਾ ਹੈ, ਨਿਰਬਲ ਹੈ ਅਜੇ। ਦੂਸਰੇ ਦਿਨ ਵੀ ਐਸਾ ਹੀ ਹੁੰਦਾ ਹੈ, ਤੀਸਰੇ ਦਿਨ ਵੀ, ਅਗਲੇ ਹਫ਼ਤੇ ਵੀ, ਮਹੀਨੇ, ਬੱਚਾ ਵੱਡਾ ਹੋਈ ਤੁਰੀ ਜਾਂਦਾ। ਫਿਰ ਉਸ ਨੂੰ ਆਦਤ ਜੀ ਪੈ ਜਾਂਦੀ ਮੱਥਾ ਟੇਕਣ ਦੀ। ਸਮਝ ਉਸ ਨੂੰ ਨਹੀਂ ਲੱਗਦੀ ਕਿ ਮੱਥਾ ਮੈਂ ਟੇਕਿਆ ਕਿਉਂ ਹੈ। ਔਰ ਐਸੇ ਅਨੇਕਾਂ ਹੀ ਪ੍ਰਾਣੀ ਚਲੇ ਜਾਂਦੇ ਨੇ ਜਿਹੜੇ ਸੀਸ ਤਾਂ ਨਿਭਾਉਂਦੇ ਨੇ, ਲੇਕਿਨ ਹਿਰਦੇ ਦੇ ਵਿੱਚ ਕੋਈ ਸ਼ੁੱਧਤਾ ਹੁੰਦੀ ਹੈ। ਔਰ ਸਤਿਗੁਰ ਕਹਿੰਦੇ ਸੀਸ ਨਿਭਾਵੇ ਕਿਆ ਥੀਏ ਜਾਂ ਹਿਰਦੇ ਕੋ ਸ਼ੁੱਧੇ ਜਾਏ। ਹਿਰਦੇ ਵਿੱਚ ਕੋਈ ਸ਼ੁੱਧਤਾ, ਕਿਉਂਕਿ ਮੱਥਾ ਟੇਕਣ ਦੀ ਜਾਂਚ ਨਹੀਂ ਆਈ, ਜ਼ਬਰਦਸਤੀ ਮਾਤਾ ਨੇ ਟਿਕਾ ਦਿੱਤਾ, ਉਹਨਾਂ ਨੂੰ ਆਦਤ ਜੀ ਪੈ ਗਈ, ਸਮਝ ਨਹੀਂ ਲੱਗੀ, ਕਿਉਂਕਿ ਸਮਝਾਇਆ ਨਹੀਂ ਗਿਆ ਕਿ ਅਸੀਂ ਕਿਉਂ ਝੁਕਾਣਾ ਮਸਤਕ, ਕਿਉਂ ਝੁਕਾਣਾ ਮਨ। ਸਤਿਗੁਰ ਕਹਿੰਦੇ ਜੇ ਮਸਤਕ ਝੁਕਿਆ, ਮਨ ਝੁਕਿਆ, ਤਾਂ ਫਿਰ ਐਸੀ ਅਵਸਥਾ ਕਦੀ ਨਹੀਂ ਹੋਏਗੀ ਕਿ ਗੁਰੂ ਦੀ ਗੱਲ ਮੰਨਣ ਦੀ ਜਾਂਚ ਨਾ ਆਵੇ। ਲੇਕਿਨ ਹਿਰਦੇ ਦੀ ਕਸ਼ੁੱਧਤਾ ਮਨੁੱਖ ਦੇ ਸਰੀਰ ਨੂੰ ਝੁਕਾ ਦਿੰਦੀ ਹੈ, ਮਨ ਨੂੰ ਜਾਂ ਮਸਤਕ ਨੂੰ ਨਹੀਂ। ਮਨ ਮਸਤਕ ਨੂੰ ਝੁਕਾਉਣ ਦਾ ਸੰਦਰਭ ਹੀ ਕੁਝ ਹੋਰ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਮਨੁੱਖ ਕਰਦਾ ਕੀ ਹੈ, ਸਲਾਮ ਜਵਾਬ ਦੋਵੇਂ ਕਰੇ। ਆਪਨੇ ਦੇਖਿਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੋਈ ਜਵਾਬ ਤਲਬੀ ਕਰਦਾ ਹੋਏ? ਐਸਾ ਆਪਨੇ ਕਦੀ ਦੇਖਿਆ ਨਹੀਂ ਹੋਣਾ, ਲੇਕਿਨ ਲੋਕ ਕਰਦੇ ਹੈ। ਉਹ ਕਿਹੜੇ ਲੋਕ ਨੇ? ਜਿਨ੍ਹਾਂ ਨੇ ਸਲਾਮ ਕੀਤਾ ਹੈ, ਭਾਵ ਜਿਨ੍ਹਾਂ ਨੇ ਮਸਤਕ ਝੁਕਾਇਆ, ਮੱਥਾ ਟੇਕਿਆ, ਸਲਾਮ ਹੋ ਗਿਆ, ਤੇ ਫਿਰ ਜਵਾਬ ਤਲਬੀ ਕੀ ਹੈ? ਜਵਾਬ ਤਲਬੀ ਹੈ ਕਿ ਤੈਨੂੰ ਸਲਾਮ ਤਾਂ ਮੈਂ ਕਰਨਾ, ਤੇਰਾ ਸਿੱਖ ਵੀ ਮੈਂ ਅਖਵਾਉਣਾ, ਪਰ ਮੈਂ ਤੇਰਾ ਸਿੱਖ ਬਣ ਕੇ ਨਹੀਂ ਦਿਖਾਣਾ। ਭਾਵ ਜੇ ਤੂੰ ਕਵੇਂ ਸਾਬਤ ਸੂਰਤ, ਉਹ ਮਨਜ਼ੂਰ ਨਹੀਂ ਹੈ। ਜੇ ਤੂੰ ਕਵੇਂ ਦਸਤਾਰ ਸਿਰਾ, ਉਹ ਵੀ ਮਨਜ਼ੂਰ ਨਹੀਂ ਹੈ। ਮੈਂ ਤਾਂ ਕਈ ਵਾਰੀ ਐਸਾ ਵੀ ਪ੍ਰਸ਼ਨ ਜਗਾਨਾ ਪ੍ਰਬੰਧਕਾਂ ਦੇ ਮਨਾਂ 'ਚ ਕਿ ਅੱਜ ਤੁਸੀਂ ਇੱਕ ਪੇਟੀ ਜੀ ਰੱਖੀ ਹੋਈ ਹੈ ਬਾਹਰ, ਜਿਹਦੇ ਵਿੱਚ ਪਟਕੇ ਪਏ ਹੋਏ ਨੇ। ਉਹ ਵੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਕੋਈ ਦੂਸਰੇ ਧਰਮ ਦਾ ਪ੍ਰਾਣੀ ਆਇਆ ਤਾਂ ਉਸ ਵਾਸਤੇ ਹੋਣੀ ਚਾਹੀਦੀ ਹੈ, ਸਿੱਖਾਂ ਵਾਸਤੇ ਨਹੀਂ। ਪਰ ਦੇਖਣਾ ਕਿਤੇ ਐਸਾ ਸਮਾਂ ਨਾ ਆ ਜਾਵੇ ਕਿ ਅੱਜ ਮਨੁੱਖ ਜਿੱਥੇ ਇੱਕ ਜੋੜਾ ਘਰ ਬਣਾ ਰਿਹਾ, ਨਾਲ ਇੱਕ ਪਟਕਾ ਘਰ ਵੀ ਉਸ ਨੂੰ ਬਣਾਉਣਾ ਪਵੇ। ਕਿਉਂਕਿ ਹਰ ਗੁਰਦੁਆਰੇ ਵਿੱਚ ਇੱਕ ਜੋੜਾ ਘਰ ਜ਼ਰੂਰ ਹੁੰਦਾ ਹੈ, ਕਿਤੇ ਪਟਕਾ ਘਰ ਵੀ ਬਣਾਉਣਾ ਪੈ ਜਾਵੇ, ਐਸੀ ਕਿਤੇ ਅਵਸਥਾ ਨਾ ਆ ਜਾਵੇ। ਕਿਉਂਕਿ ਸਲਾਮ ਜਵਾਬ ਦੋਨਾਂ ਹੀ ਕਿਰਿਆਵਾਂ ਦੇ ਵਿੱਚ ਹੁੰਦਾ ਕਿ ਇਹ ਮੁੱਢੋਂ ਕੁੱਤਾ ਜਾਏ। ਔਰ ਸਤਿਗੁਰ ਕਹਿੰਦੇ ਨਾਨਕ ਦੋਵੇਂ ਕੂੜੀਆਂ। ਜਵਾਬ ਤਲਬੀ ਤਾਂ ਹੈ ਹੀ ਕੂੜੀ ਸੀ, ਕੀਤਾ ਹੋਇਆ ਸਲਾਮ ਵੀ ਕੂੜਾ ਹੀ ਹੋ ਗਿਆ, ਕਿਉਂਕਿ ਉਹ ਕਿਸ ਕੰਮ? ਜਦ ਮਸਤਕ ਹੀ ਨਹੀਂ ਚੁੱਕਿਆ, ਜਦ ਮਨ ਹੀ ਨਹੀਂ ਚੁੱਕਿਆ, ਜਦ ਗੁਰੂ ਦੀ ਗੱਲ ਮੰਨੀ ਹੀ ਨਹੀਂ ਗਈ, ਜਦ ਗੁਰੂ ਦੀ ਗੱਲ ਮੰਨਣੀ ਹੀ ਨਹੀਂ, ਤਾਂ ਫਿਰ ਮਸਤਕ ਝੁਕਾਉਣ ਦਾ ਮਨੋਰਥ ਕੀ ਹੈ? ਮਨੋਰਥ ਮਨੁੱਖ ਦਾ ਉਨੀ ਦੇਰ ਤੱਕ ਪੂਰਾ ਨਹੀਂ ਜਿੰਨੀ ਦੇਰ ਤੱਕ ਮਨੁੱਖ ਆਪਣੀ ਆਤਮ ਸਮਰਪਣਾ ਉਸ ਅਕਾਲ ਪੁਰਖ ਦੇ ਅੱਗੇ ਨਹੀਂ ਕਰਦਾ। ਐਸੀ ਅਵਸਥਾ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ, ਔਰ ਜਿਸ ਨੇ ਆਪਣਾ ਆਪਾ ਸਮਰਪਣ ਕਰ ਦਿੱਤਾ ਉਹ ਸੁਖੀ ਹੀ ਸੁਖੀ ਹੈ, ਕਿਉਂਕਿ ਉਹ ਫਿਰ ਦੁੱਖ ਔਰ ਸੁੱਖ ਦੀ ਇਸ ਸੰਸਾਰ ਦੀ ਰੀਤ ਨੂੰ ਸਮਝ ਜਾਂਦਾ ਹੈ। ਤੇ ਫਿਰ ਗੁਰਸਿੱਖ ਕਰਦਾ ਕੀ ਹੈ? ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਸੁਖ ਔਰ ਦੁੱਖ ਦੋਨਾਂ ਨੂੰ ਇੱਕ ਸਨਮਾਨ ਮੰਨਦਾ ਹੈ। ਭਾਵ ਜੇ ਸੁੱਖ ਆ ਗਿਆ ਤਾਂ ਫਿਰ ਭਾਗਣੇ ਨਹੀਂ ਪਾਉਂਦਾ, ਫਿਰ ਹਾਲ ਬੁੱਕ ਕਰਾ ਕੇ ਨੱਚਦਾ ਨਚਾਉਂਦਾ ਨਹੀਂ, ਅਰਧਨਗਰ ਨਰਤਕੀਆਂ ਨੂੰ ਨਹੀਂ ਨਚਾਉਂਦਾ। ਤੇ ਜੇ ਦੁੱਖ ਆ ਗਿਆ ਤੇ ਟੂਣੇ ਧਾਰਾਂ ਕੋਲ ਨਹੀਂ ਜਾਂਦਾ, ਡੇਰੇ ਧਾਰਾਂ ਕੋਲ ਨਹੀਂ ਜਾਂਦਾ।
ਸਮਾਨ ਅਵਸਥਾ ਦਾ ਮਤਲਬ ਹੀ ਇਹੋ ਹੀ ਹੈ ਕਿ ਦੁੱਖ ਦੇ ਵਿੱਚ ਵੀ ਔਰ ਸੁੱਖ ਦੇ ਵਿੱਚ ਵੀ ਉਹ ਇੱਕ ਅਕਾਲ ਪੁਰਖ ਨੂੰ ਹੀ ਯਾਦ ਕਰਦਾ ਹੈ ਕਿ ਸਤਿਗੁਰ ਸੁੱਖ ਆਇਆ ਤੇਰਾ ਧੰਨਵਾਦ ਕਿਉਂਕਿ ਤੇਰੇ ਵੱਲੋਂ ਆਇਆ, ਪਾਤਸ਼ਾਹ ਦੁੱਖ ਆਇਆ ਤਾਂ ਵੀ ਤੇਰਾ ਧੰਨਵਾਦ ਕਿ ਤੂੰ ਮੈਨੂੰ ਮੇਰੇ ਕਰਮ ਯਾਦ ਕਰਵਾਏ ਨੇ। ਕਿਉਂਕਿ ਸੁੱਖ ਔਰ ਦੁੱਖ, ਹਰ ਸੁੱਖ ਪਿੱਛੇ ਹਰ ਦੁੱਖ ਪਿੱਛੇ ਮਨੁੱਖ ਦਾ ਆਪਣਾ ਕਰਮ ਹੈ। ਮਨੁੱਖ ਦੁੱਖ ਦੇ ਵਿੱਚ ਰੋਂਦਾ, ਸਤਿਗੁਰ ਕਹਿੰਦੇ ਨੇ ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ। ਮਨੁੱਖ ਦੁੱਖ ਦੇ ਵਿੱਚ ਹਮੇਸ਼ਾ ਹੀ ਰੋਂਦਾ ਹੈ, ਦੁਖੀ ਹੁੰਦਾ ਹੈ, ਲੇਕਿਨ ਅਗਰ ਉਸ ਦੁੱਖ ਦੀ ਅਵਸਥਾ ਦੇ ਵਿੱਚ ਗੁਰਮੁਖ ਹੈ ਤਾਂ ਫਿਰ ਗੁਰਮੁਖ ਆਪਣੇ ਅਕਾਲ ਪੁਰਖ ਦਾ ਧੰਨਵਾਦ ਕਰਦਾ ਹੈ, ਕਹਿ ਕੇ ਦੱਦਾ ਦੋਸ ਨ ਕਾਹੂੰ ਦੋਸ ਕਰਮਾ ਆਪਣੀਆਂ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ, ਜੋ ਕੀਤਾ ਸੀ ਉਹ ਮੈਂ ਪਾ ਰਿਹਾ। ਧੰਨਵਾਦ ਤੇਰਾ ਕਿ ਤੂੰ ਮੈਨੂੰ ਮੇਰੇ ਕਰਮ ਯਾਦ ਕਰਵਾ ਰਿਹਾ ਤਾਂ ਕਿ ਐਸੇ ਨੀਚ ਕਰਮ ਮੈਂ ਮੁੜ ਕੇ ਨਾ ਕਰਾਂ, ਤਾਂ ਕਿ ਮੈਨੂੰ ਮੁੜ ਕੇ ਐਸੀ ਸਥਿਤੀ ਦੇ ਵਿੱਚ ਨਾ ਆਣਾ ਪਵੇ। ਮੈਂ ਮਜਨੂੰ ਦੇ ਟਿੱਲੇ ਵਿਸਾਖੀ ਦੀ ਕਥਾ ਕਰਕੇ ਬਾਹਰ ਆਇਆ ਦਿੱਲੀ ਦੇ ਵਿੱਚ, ਤਾਂ ਇੱਕ ਬੀਬੀ ਜੀ ਆਈ ਮੇਰੇ ਕੋਲ, ਪਰੋੜ ਅਵਸਥਾ ਦੇ ਵਿੱਚ ਸਨ। ਕਹਿਣ ਲੱਗੇ ਆਖਰ ਜਿਸ ਵਕਤ ਅਸੀਂ ਦੁੱਖ ਪਾਉਂਦੇ ਹਾਂ ਘੱਟੋ ਘੱਟ ਇੰਨਾ ਕੁ ਤਾਂ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜਾ ਐਸਾ ਕਰਮ ਅਸੀਂ ਕੀਤਾ ਹੈ ਜਿਸ ਦੇ ਪਿੱਛੇ ਸਾਨੂੰ ਇਹ ਦੁੱਖ ਮਿਲਿਆ ਹੈ, ਔਰ ਜੇ ਸੁੱਖ ਪਾਉਂਦੇ ਹਾਂ ਤਾਂ ਵੀ ਪਤਾ ਲੱਗਣਾ ਚਾਹੀਦਾ ਕਿ ਕਿਹੜਾ ਐਸਾ ਕਰਮ ਅਸੀਂ ਕੀਤਾ ਹੈ ਕਿ ਸਾਨੂੰ ਸੁੱਖ ਮਿਲ ਰਿਹਾ ਹੈ, ਤਾਂ ਕਿ ਅਸੀਂ ਅਗਲੇ ਆਉਣ ਵਾਲੇ ਵਕਤ ਦੇ ਵਿੱਚ ਉਹੀ ਕਰਮਾਂ ਨੂੰ ਸਮਝ ਕੇ ਆਪਣਾ ਜੀਵਨ ਸੁਧਾਰ ਕਰ ਸਕੀਏ। ਗੱਲ ਬੜੀ ਸਪਸ਼ਟ ਹੈ ਔਰ ਸਵਾਲ ਬੜਾ ਅੱਛਾ ਸੀ। ਮਨੁੱਖ ਜੇ ਸੁੱਖ ਪਾ ਰਿਹਾ ਤਾਂ ਉਸ ਦੇ ਪਿੱਛੇ ਮਨੁੱਖ ਨੂੰ ਘੱਟੋ ਘੱਟ ਇੰਨਾ ਕੁ ਤਾਂ ਪਤਾ ਹੈ ਕਿ ਇਹ ਉਸ ਦੇ ਆਪਣੇ ਸ਼ੁਭ ਕਰਮ ਹੋਣਗੇ, ਔਰ ਦੁੱਖ ਪਾ ਰਿਹਾ ਤਾਂ ਉਸ ਨੂੰ ਘੱਟੋ ਘੱਟ ਇੰਨਾ ਵੀ ਪਤਾ ਹੋਣਾ ਚਾਹੀਦਾ ਕਿ ਇਹ ਉਸ ਦੇ ਹੀ ਆਪਣੇ ਦੁਸ਼ਕਰਮ ਹੋਣਗੇ। ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ, ਲੇਕਿਨ ਮਨੁੱਖ ਨੂੰ ਕੀ ਪਤਾ ਨਹੀਂ ਹੈ ਕਿ ਕਿਹੜੇ ਉਸ ਦੇ ਕਰਮ ਸ਼ੁਭ ਨੇ ਔਰ ਕਿਹੜੇ ਉਸ ਦੇ ਕਰਮ ਅਸ਼ੁਭ ਨੇ। ਕੀ ਮਨੁੱਖ ਨੂੰ ਪਤਾ ਨਹੀਂ ਹੈ ਕਿ ਕਿਹੜੇ ਕਰਮਾਂ ਦੇ ਪਿੱਛੇ ਉਹ ਦੁੱਖ ਭੁਗਤ ਰਿਹਾ ਔਰ ਕਿਹੜੇ ਕਰਮਾਂ ਪਿੱਛੇ ਸੁੱਖ। ਐਸਾ ਸਭ ਨੂੰ ਪਤਾ ਕਿ ਚੋਰ ਨੂੰ ਪਤਾ ਨਹੀਂ ਉਹ ਚੋਰੀ ਕਰਨ ਜਾ ਰਿਹਾ, ਕਿ ਡਾਕੂ ਨੂੰ ਪਤਾ ਨਹੀਂ ਉਹ ਡਾਕਾ ਮਾਰਨ ਜਾ ਰਿਹਾ, ਕਿ ਸ਼ਰਾਬੀ ਨੂੰ ਪਤਾ ਨਹੀਂ ਉਹ ਸ਼ਰਾਬ ਖਾਨੇ ਤੱਕ ਜਾ ਰਿਹਾ, ਕਿ ਜੁਆਰੀ ਨੂੰ ਪਤਾ ਨਹੀਂ ਉਹ ਜੂਏ ਖਾਨੇ ਤੱਕ ਜਾ ਰਿਹਾ। ਪਤਾ ਹੈ, ਔਰ ਜੇ ਪਤਾ ਹੈ ਤਾਂ ਕੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਸ਼ੁਭ ਕਰਮ ਨਹੀਂ ਹੈ। ਕਿਸੇ ਦੀ ਪਿਆਸ ਬੁਝਾਉਣ ਵਾਲੇ ਨੂੰ ਕੀ ਪਤਾ ਨਹੀਂ ਹੈ ਕਿ ਉਹ ਸ਼ੁਭ ਕਰਮ ਕਰ ਰਹੇ। ਕਿਸੇ ਗਰੀਬ ਦੀ ਕੰਨਿਆ ਦਾ ਵਿਆਹ ਕਰਾਉਣ ਵਾਲੇ ਨੂੰ, ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਉਣ ਵਾਲੇ ਨੂੰ, ਕਿਸੇ ਹਸਪਤਾਲ ਵਿੱਚ ਤੜਫਦੇ ਨੂੰ ਆਪਣਾ ਖੂਨ ਦੇਣ ਵਾਲੇ ਨੂੰ ਕੀ ਪਤਾ ਨਹੀਂ ਕਿ ਉਹ ਸ਼ੁਭ ਕਰਮ ਕਰ ਰਹੇ। ਕਿਸੇ ਦੀ ਸੇਵਾ ਕਰਨ ਵਾਲੇ ਨੂੰ ਕੀ ਪਤਾ ਨਹੀਂ। ਪਤਾ ਹੁੰਦਿਆਂ ਸੁਣਦਿਆਂ ਵੀ ਮਨੁੱਖ ਜੇ ਸ਼ੁਭ ਕਰਮਾਂ ਤੋਂ ਆਪਣਾ ਮੁੱਖ ਮੋੜ ਲੈਂਦਾ, ਕਿਉਂਕਿ ਮਨੁੱਖ ਦੀ ਜਿਹੜੀ ਹਉਮੈ ਹੈ ਨਾ ਉਹ ਹਮੇਸ਼ਾ ਅਗਰਸਾਰ ਹੁੰਦੀ ਹੈ। ਔਰ ਇਹ ਗੱਲ ਅਗਰ ਸਮਝਾਓ ਵੀ ਤਾਂ ਵੀ ਮਨੁੱਖ ਇਸ ਨੂੰ ਸਮਝਣ ਲਈ ਤਿਆਰ ਨਹੀਂ। ਜਿਵੇਂ ਕੋਈ ਪ੍ਰਾਣੀ ਕਿਸੇ ਕੋਲ ਕੰਮ ਕਰਾਉਣਾ ਆਇਆ ਕਿ ਮੇਰਾ ਇਹ ਕੰਮ ਕਰ ਦਿਓ ਜੀ, ਮੇਰਾ ਕਾਰਜ ਤੁਹਾਡੇ ਥਰੂ ਸਵਰ ਸਕਦਾ ਹੈ, ਔਰ ਉਹ ਹਉਮੈ ਦੇ ਵਿੱਚ ਆ ਕੇ ਕਹਿੰਦਾ ਹਾਂ ਬੱਚੂ ਆਇਆ ਨਾ ਮੇਰੇ ਪਹਾੜੇ ਠੂਣੂਠ, ਯਾਦ ਹੀ 20 ਵਰੇ ਪਹਿਲਾਂ ਤੂੰ ਉਹ ਫਲਾਣੀ ਜਗ੍ਹਾ ਤੇ ਮੈਨੂੰ ਗਾਲ ਕੱਢੀ ਸੀ, ਮੈਂ ਕਰਦਾ ਤੇਰਾ ਕੰਮ, ਹੁਣ ਫਸਿਆ ਨਾ ਤੂੰ। ਕੰਮ ਪਰਮਾਤਮਾ ਨੇ ਕਰਨਾ ਹੈ, ਮਨੁੱਖ ਨੇ ਨਹੀਂ ਕਰਨਾ, ਅਕਾਲ ਪੁਰਖ ਨੇ ਕਰਨਾ ਹੈ। ਅਕਾਲ ਪੁਰਖ ਟੈਸਟ ਕਰਨ ਦੇ ਲਈ ਸਾਨੂੰ ਭੇਜ ਰਿਹਾ ਕਿ ਇਹਦੇ ਮਨ 'ਚ ਅਜੇ ਵੀ ਜ਼ਹਿਰ ਹੈ, ਅਜੇ ਵੀ ਇਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਔਰ ਅਸੀਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਕਹਿੰਦੇ ਕਿ ਆਹ ਹੁਣ ਫਸਿਆ ਸਾਡੇ ਹੇਠ, ਇਹ ਹਉਮੈ ਹੈ, ਇਹਦਾ ਕੰਮ ਹੁਣ ਨਾ ਕਰੋ। ਕੰਮ ਉਸ ਦਾ ਫਿਰ ਵੀ ਹੋ ਜਾਣਾ ਹੈ, ਕਿਉਂਕਿ ਕੰਮ ਤਾਂ ਪਰਮਾਤਮਾ ਨੇ ਕਰਨਾ ਸੀ, ਉਸ ਨੇ ਸਾਧਨ ਬਣਾਉਣਾ ਸੀ ਸਾਨੂੰ। ਅਸੀਂ ਜੇ ਉਸ ਦੇ ਸਾਧਨ ਬਣ ਜਾਂਦੇ, ਨਮਰਤਾ ਵਜੋਂ ਆ ਕੇ ਇਹ ਸੋਚ ਲੈਂਦੇ ਕਿ ਅਕਾਲ ਪੁਰਖ ਨੇ ਇਸ ਕਾਰਜ ਲਈ ਮੈਨੂੰ ਯੋਗ ਸਮਝਿਆ ਤਾਂ ਉਸ ਵਿਅਕਤੀ ਨੂੰ ਮੇਰੇ ਕੋਲ ਭੇਜਿਆ, ਧਰਮ ਵੀ ਨਿਭ ਜਾਣਾ ਸੀ, ਕਰਮ ਵੀ ਪੂਰਾ ਹੋ ਜਾਣਾ ਸੀ। ਪਰ ਮਨੁੱਖ ਉਸ ਵਕਤ ਹਉਮੈ ਵਿੱਚ ਆ ਕੇ ਖੁੰਝਾ ਦਿੰਦਾ ਹੈ, ਔਰ ਇਹ ਗੱਲ ਸੁੱਤੇ ਸਿੱਧ ਨਹੀਂ ਸਮਝ ਲੱਗਦੀ। ਅਚੇਤ ਅਵਸਥਾ ਦੇ ਵਿੱਚ ਇਹ ਗੱਲ ਨਹੀਂ ਸਮਝ ਲੱਗੇਗੀ, ਇਹ ਗੱਲ ਬੜੀ ਸੁਚੇਤ ਅਵਸਥਾ ਦੇ ਵਿੱਚ ਸਮਝ ਲੱਗਦੀ ਹੈ। ਔਰ ਉਸ ਵਕਤ ਜੇ ਸਮਝ ਲੱਗ ਗਈ, ਔਰ ਘਰ ਵਾਲੇ ਵੀ ਤਾਨੇ ਮਾਰਦੇ, ਆਪ ਕਦੀ ਨੋਟ ਕਰਨਾ,
ਉਹ ਯਾਦ ਹੈ ਤੈਨੂੰ, ਤੇਰੇ ਨਾਲ ਉਹਨੇ ਫਲਾਣੇ ਟਾਈਮ ਕੀ ਕੀਤਾ ਸੀ ਔਰ ਤੂੰ ਉਹਦੇ ਨਾਲ ਫੇਰ ਭਲਾਈ ਕਰਨੀ। ਅਸਲ ਵਿੱਚ ਮਨੁੱਖ ਇਸੇ ਕਰਕੇ ਧਰਮ ਨਹੀਂ ਸਮਝ ਰਿਹਾ ਕਿਉਂਕਿ ਉਹ ਸਮਝਣਾ ਨਹੀਂ ਚਾਹ ਰਿਹਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਇੱਕ ਸਾਧੂ ਆਇਆ ਔਰ ਸਤਿਗੁਰੂ ਕੋਲੋਂ ਹੀ ਸਾਧੂ ਦੀ ਪਰਿਭਾਸ਼ਾ ਪੁੱਛਣ ਲੱਗ ਪਿਆ। ਪਾਤਸ਼ਾਹ ਕਹਿਣ ਲੱਗੇ ਕੱਪੜੇ ਤੂੰ ਸਾਧੂਆਂ ਵਾਲੇ ਪਾਏ ਨੇ, ਵੇਸ਼ ਤੂੰ ਸਾਧੂਆਂ ਵਾਲਾ ਕੀਤਾ ਤੇ ਪਰਿਭਾਸ਼ਾ ਮੇਰੇ ਕੋਲ ਪੁੱਛਦਾ। ਕਹਿੰਦਾ ਨਹੀਂ ਸਤਿਗੁਰੂ ਆਪ ਸਮਰਥ ਹੋ ਔਰ ਮੈਂ ਜਿਹੜਾ ਵੇਸ਼ ਕੀਤਾ ਆਪ ਵੀ ਜਾਣਦੇ ਹੋ ਕਿ ਅਸੀਂ ਤਾਂ ਭੇਖ ਕਰਨ ਦੇ ਆਦੀ ਹਾਂ। ਸਾਧੂ ਦੀ ਪਰਿਭਾਸ਼ਾ ਦੱਸੋ ਕਿ ਮੈਂ ਸਾਧੂ ਬਣਨਾ ਚਾਹੁੰਦਾ, ਕਿਉਂਕਿ ਸਾਧੂ ਭੇਖ ਕਰਕੇ ਨਹੀਂ ਹੈ, ਭਗਵੇ ਪਾ ਕੇ ਕੋਈ ਸਾਧੂ ਨਹੀਂ ਹੈ। ਕੋਈ ਭਗਵੇ ਪਾ ਲਵੇ, ਕੋਈ ਚਿੱਟੇ ਪਾ ਲਵੇ, ਕੋਈ ਚੋਲਾ ਪਾ ਲਵੇ, ਸੰਤ ਬਣ ਗਿਆ। ਏਦਾਂ ਸੰਤ ਨਹੀਂ ਹੈ, ਸੰਤ ਕਰਮ ਕਰਕੇ ਹੈ। ਸਤਿਗੁਰ ਕਹਿਣ ਲੱਗੇ ਫਿਰ ਕਰਮ ਕਰ। ਪਾਤਸ਼ਾਹ ਕਿਹੜਾ ਕਰਮ ਕਰਾਂ? ਸਤਿਗੁਰ ਭਲਾਈ ਦਾ ਕਰਮ। ਸਤਿਗੁਰ ਕਹਿੰਦੇ ਭਲਾਈ ਦਾ ਕਰਮ ਕਰ। ਤੇ ਪਾਤਸ਼ਾਹ ਕੋਈ ਬੁਰਾਈ ਕਰੇ, ਪਾਤਸ਼ਾਹ ਕਹਿੰਦੇ ਤੂੰ ਭਲਾਈ ਕਰ ਦੇ। ਸਤਿਗੁਰੂ ਫੇਰ ਬੁਰਾਈ ਕਰੇ, ਪਾਤਸ਼ਾਹ ਕਹਿੰਦੇ ਫੇਰ ਭਲਾਈ ਕਰ। ਪਾਤਸ਼ਾਹ ਫੇਰ ਬੁਰਾਈ ਕਰੇ, ਸਤਿਗੁਰ ਕਹਿੰਦੇ ਤੂੰ ਫੇਰ ਭਲਾਈ ਕਰ। ਪਾਤਸ਼ਾਹ ਬੁਰਾਈ ਕਰਦਾ ਜਾਵੇ, ਸਤਿਗੁਰ ਕਹਿਣ ਲੱਗੇ ਤੂੰ ਭਲਾਈ ਕਰਦਾ ਜਾ। ਪਾਤਸ਼ਾਹ ਬੁਰਾਈ ਕਰਦਾ ਜਾ ਰਿਹਾ ਹੈ ਤੇ ਮੈਂ ਭਲਾਈ ਕਰਦਾ ਜਾਵਾਂ। ਸਤਿਗੁਰ ਕਹਿਣ ਲੱਗੇ ਜਦ ਉਹ ਆਪਣਾ ਸੁਭਾਅ ਨਹੀਂ ਛੱਡਦਾ ਤਾਂ ਤੂੰ ਆਪਣਾ ਸੁਭਾਅ ਕਿਉਂ ਛੱਡਦਾ? ਸਾਧੂ ਦਾ ਸੁਭਾਅ ਅਪਣਾ, ਕਿਉਂਕਿ ਸਾਧੂ ਕਰਮ ਕਰਕੇ, ਚੋਲੇ ਕਰਕੇ ਨਹੀਂ। ਇਸ ਕਰਕੇ ਜਿਸ ਨੇ ਕਰਮ ਕੀਤਾ ਹੈ ਉਸੇ ਮਨੁੱਖ ਦੇ ਮਨ ਦੇ ਵਿੱਚ ਅਕਾਲ ਪੁਰਖ ਦੇ ਪ੍ਰਤੀ ਸਰਬ ਸੁਖੈਨਾ ਦੀ ਅਵਸਥਾ ਹੈ। ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਕਤਹੁ ਨ ਜਾਏ। ਸਰਬ ਸੁਖੈਨ ਦੀ ਅਵਸਥਾ ਕੇਵਲ ਉਸ ਅਕਾਲ ਪੁਰਖ ਨੂੰ ਮਿਲਣ ਦੀ ਅਵਸਥਾ ਹੈ। ਅਨਿਅਥਾ ਦੁਨਿਆਵੀ ਕਾਮਨਾ ਦੇ ਵਿੱਚ ਕਦੀ ਸੁਖੈਨਾ ਨਹੀਂ ਹੈ। ਦੁਨੀਆ ਦੇ ਵਿੱਚ ਹਰ ਕਿਸੇ ਨੂੰ ਹਰ ਕੁਝ ਨਹੀਂ ਮਿਲਦਾ, ਸਭ ਕੁਝ ਨਹੀਂ ਮਿਲਦਾ, ਕਦੀ ਵੀ ਨਹੀਂ ਮਿਲਦਾ, ਕਦੀ ਵੀ ਨਹੀਂ ਮਿਲਦਾ। ਲੇਕਿਨ ਗੁਰਮੁਖ ਹਰ ਵਕਤ ਧੰਨਵਾਦ ਕਰਦਾ ਕਿ ਹਾਂ ਮੈਨੂੰ ਮਿਲਿਆ, ਦੁੱਖ ਮਿਲਿਆ ਨਾ, ਮੇਰੇ ਕਰਮਾਂ ਮੁਤਾਬਕ ਮਿਲਿਆ, ਤੂੰ ਮੈਨੂੰ ਮੇਰਾ ਕਰਮ ਯਾਦ ਕਰਾਇਆ, ਤੇਰਾ ਧੰਨਵਾਦ। ਸੁੱਖ ਮਿਲਿਆ ਤਾਂ ਵੀ ਤੇਰਾ। ਕਈ ਜਗ੍ਹਾ ਉੱਪਰ ਲਿਖਿਆ ਹੁੰਦਾ ਹੈ ਦੁੱਖ ਵਿੱਚ ਸਿਮਰਨ ਕਰੋ, ਸੁੱਖ ਵਿੱਚ ਅਰਦਾਸ ਕਰੋ, ਕੁਛ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਕਈ ਜਗ੍ਹਾਵਾਂ ਉੱਪਰ। ਹਰ ਵੇਲੇ ਸਿਮਰਨ, ਦੁੱਖ ਵਿੱਚ ਅਰਦਾਸ, ਸੁੱਖ ਵੇਲੇ ਸ਼ੁਕਰਾਨਾ। ਸੁੱਖ ਵੇਲੇ ਸ਼ੁਕਰਾਨਾ ਔਰ ਦੁੱਖ ਵੇਲੇ ਅਰਦਾਸ। ਕਾਹਦੀ ਅਰਦਾਸ? ਕਿ ਦੁੱਖ ਦੂਰ ਕਰ ਦਿਓ। ਦੁੱਖ ਵੇਲੇ ਵੀ ਸ਼ੁਕਰਾਨਾ ਕਿ ਸਤਿਗੁਰੂ ਠੀਕ ਹੈ, ਹਾਂ ਮੈਨੂੰ ਇੰਨੀ ਸ਼ਕਤੀ ਜ਼ਰੂਰ ਦੇਈਂ ਕਿ ਮੈਂ ਆਪਣੇ ਕਰਮਾਂ ਨੂੰ ਸਮਝ ਕੇ ਇਸ ਗੱਲ ਨੂੰ ਸਮਰਥਤਾ ਦੇ ਨਾਲ ਸਮਝ ਸਕਾਂ ਔਰ ਇਸ ਦੁੱਖ ਨੂੰ ਜਰਨ ਦਾ ਬਲ ਬਖਸ਼ੀ। ਹੁਣ ਖਿਮਾ ਕਰਨੀ ਮਨੁੱਖ ਕੇਵਲ ਇੱਕੋ ਵਕਤ ਕਹਿੰਦਾ ਕਿ ਭਾਣੇ ਨੂੰ ਮੰਨਣ ਦਾ ਬਲ ਬਖਸ਼ੀ ਜਦੋਂ ਮੌਤ ਹੋ ਜਾਂਦੀ ਹੈ, ਕਿਉਂਕਿ ਉਹਨੂੰ ਪਤਾ ਕਿ ਇਸ ਤੋਂ ਅੱਗੇ ਮੈਂ ਹੁਣ ਕੁਝ ਕਰ ਨਹੀਂ ਸਕਦਾ। ਤੇ ਜਦੋਂ ਜਨਮ ਹੁੰਦਾ ਉਦੋਂ ਵੀ ਤਾਂ ਉਹਦਾ ਹੀ ਭਾਣਾ, ਉਦੋਂ ਕਿਸੇ ਹੋਰ ਦਾ ਭਾਣਾ। ਉਦੋਂ ਕਦੀ ਨਹੀਂ ਕਹਿੰਦਾ ਕੋਈ ਭਾਣੇ ਨੂੰ ਮੰਨਣ ਦਾ ਬਲ ਬਖਸ਼ੀ, ਉਦੋਂ ਹੋਮੇ ਚ ਆ ਕੇ ਭੰਗੜੇ ਪਾਉਂਦਾ, ਆਹਾ ਮੇਰਾ ਕੀਤਾ ਹੈ, ਆ ਬਿਜ਼ਨਸ ਚੱਲ ਪਿਆ। ਉਦੋਂ ਕਦੀ ਨਹੀਂ ਕਹਿੰਦਾ ਤੇਰੇ ਭਾਣੇ ਚ ਮੈਂ ਬੜੀ ਮਿਹਨਤ ਕੀਤੀ ਹੈ। ਔਰ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਰਖਵਾਉਂਦਾ ਤਾਂ ਵੀ ਹੋਮੇ ਆਪਣਾ ਘਰ ਦਿਖਾਉਣ ਵਾਸਤੇ ਏਡਾ ਵੱਡਾ ਮੈਂ ਘਰ ਬਣਾ ਲਿਆ। ਔਰ ਫਿਰ ਦਿਖਾਉਂਦਾ ਜੀ ਆ ਘਰ ਦੇ ਵਿੱਚ ਮੈਂ ਇੱਕ ਪੱਬ ਵੀ ਬਣਾਇਆ ਛੋਟਾ ਜਿਹਾ, ਸ਼ਰਾਬ ਦੀਆਂ ਬੋਤਲਾਂ ਵੀ ਪਈਆਂ, ਸਾਨੂੰ ਵੀ ਦਿਖਾਉਂਦੇ ਨੇ, ਗਿਆਨੀਆਂ ਨੂੰ ਵੀ ਕਈ ਵਾਰ ਲਿਜਾ ਕੇ, ਆਹ ਦੇਖੋ ਜੀ। ਮਨੁੱਖ ਦੀ ਆਪਣੀ ਹੋਮੇ ਹਮੇਸ਼ਾ ਅਗਰਸਾਰ ਹੁੰਦੀ ਹੈ। ਜਿੰਨੀ ਦੇਰ ਤੱਕ ਉਹ ਅਗਰਸਾਰ ਹੈ ਉਨੀ ਦੇਰ ਤੱਕ ਸੁਖੈਨਾ ਅਵਸਥਾ ਨਹੀਂ ਹੈ। ਮਿਲਿਓ ਮਨੋਹਰ ਦੀ ਅਵਸਥਾ ਉਹੀ ਹੈ ਕਿ ਜਿਸ ਵਕਤ ਮਨੁੱਖ ਹਰ ਗੱਲ ਦੇ ਵਿੱਚ ਹੀ ਸੁੱਖ ਮਹਿਸੂਸ ਕਰੇ, ਬਸ ਕੇਵਲ ਸੁੱਖ। ਸਤਿਗੁਰ ਕਹਿੰਦੇ ਨੇ ਐਸੀ ਅਵਸਥਾ ਦੇ ਵਿੱਚ ਤਿਆਗ ਕਤੂ ਨਾ ਜਾਏ, ਕਿਉਂਕਿ ਅਕਾਲ ਪੁਰਖ ਜੇ ਮਿਲਿਆ ਤਾਂ ਫਿਰ ਉਹ ਛੱਡੇਗਾ ਨਹੀਂ। ਅਨਕ ਅਨਕ ਭਾਤ ਬਹੁ ਵੇਖੇ। ਸਤਿਗੁਰ ਕਹਿੰਦੇ ਅਨਕ ਭਾਂਤਾਂ ਦੇ ਮੈਂ ਬੜੇ ਵੇਖੇ। ਕੋਈ ਚਿੱਟੇ ਪਾਈ ਫਿਰਦਾ, ਕੋਈ ਗੋਲ ਬੰਨੀ ਫਿਰਦਾ, ਕੋਈ ਭਗਵੇ ਪਾਈ ਫਿਰਦਾ, ਕੋਈ ਸਵਾਹ ਮੱਲੀ ਫਿਰਦਾ, ਕੋਈ ਮੂੰਡ ਮੁੰਡਾਈ ਫਿਰਦਾ, ਕੋਈ ਕੰਨ ਪੜਵਾਈ ਫਿਰਦਾ, ਕੋਈ ਧੋਤੀ ਪਾਈ ਫਿਰਦਾ, ਕੋਈ ਯੋਗ ਕਰੀ ਫਿਰਦਾ, ਕੋਈ ਕਹਿੰਦਾ ਮੈਂ ਗ੍ਰਸਤ ਨਹੀਂ ਅਪਣਾਇਆ, ਕੋਈ ਕੁਝ ਕਹੀ ਫਿਰਦਾ। ਅਨਕ ਅਨਕ ਭਾਂਤ ਬਹੁ ਵੇਖੇ, ਬੜੇ ਵੇਖੇ। ਪਰ ਸਤਿਗੁਰ ਕਹਿੰਦੇ ਨੇ ਪ੍ਰਿਯ ਰੋਮ ਨਾ ਸਮਸਰ ਲਾਏ। ਰੋਮ ਕਹਿੰਦੇ ਨੇ ਵਾਲ, ਜਿਵੇਂ ਆਪਾਂ ਕਹਿੰਦੇ ਉਹਦੇ ਵਾਲ ਦੇ ਬਰਾਬਰ ਵੀ ਨਹੀਂ ਹੈ, ਉਹਦੇ ਨਹੁੰ ਦੇ ਬਰਾਬਰ ਵੀ ਨਹੀਂ ਹੈ। ਪਾਤਸ਼ਾਹ ਨੇ ਵਰਤਿਆ ਕਿ ਮੈਂ ਬੜੇ ਵੇਖੇ ਪਰ ਤੇਰੇ ਇੱਕ ਵੀ ਵਾਲ ਦੇ ਬਰਾਬਰ ਕੋਈ ਵੀ ਨਹੀਂ ਹੈ, ਕੋਈ ਨਹੀਂ ਮਿਲਿਆ ਮੈਨੂੰ। ਕਈ ਦੇਵੀ ਦੇਵਤੇ ਦੇਖੇ, ਕਈ ਸਿੱਧ ਮੁਨੀ ਦੇਖੇ, ਕਈ ਦੇਖੇ। ਮੰਦਰ ਭਾਗ ਸੋਭ ਦਵਾਰੀ, ਅਨਹਦ ਰੁਣ ਚੁਣ ਲਾਈ। ਤੇਰੇ ਜਿਹੜੇ ਮੰਦਰ ਨੇ ਨਾ ਉਹ ਵੱਡੀ ਭਾਗਾਂ ਦੇ ਨਾਲ ਮਿਲਦੇ ਨੇ। ਮੰਦਰ ਭਾਗ
ਭਾਗ ਦਾ ਮਤਲਬ ਮਨੁੱਖ ਦਾ ਆਪਣਾ ਮੁਕੱਦਰ ਹੈ। ਕਿਸਮਤ ਜਿਹਨੂੰ ਆਪਾਂ ਕਹਿੰਦੇ ਲੇਖ। ਜਿਵੇਂ ਸਤਿਗੁਰ ਨੇ ਕਿਹਾ, ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਔਰ ਪਾਤਸ਼ਾਹ ਕਹਿੰਦੇ ਪੂਰਨ ਭਾਗ ਪਏ ਜਿਸ ਪ੍ਰਾਣੀ ਦੇ ਪੂਰਨ ਭਾਗ ਨੇ ਉਸ ਨੂੰ ਹੀ ਅਕਾਲ ਪੁਰਖ ਮਿਲਦਾ ਹੈ। ਲੇਕਿਨ ਮਨੁੱਖ ਸਮਝਦਾ ਹੈ ਕਿ ਜੇ ਸੰਸਾਰ ਦੇ ਵਿੱਚ ਮੇਰੀਆਂ ਫੈਕਟਰੀਆਂ ਚੱਲ ਪਈਆਂ ਤੇ ਮੇਰੇ ਬੜੇ ਵੱਡੇ ਭਾਗ ਹੋ ਗਏ। ਗ੍ਰਸਤ ਚੰਗਾ ਮਿਲ ਗਿਆ, ਪਰਿਵਾਰ ਚੰਗਾ ਮਿਲ ਗਿਆ, ਬੜੇ ਵੱਡੇ ਭਾਗ ਹੋ ਗਏ। ਚੰਗੀ ਗੱਲ ਹੈ, ਲੇਕਿਨ ਪਾਤਸ਼ਾਹ ਕਹਿੰਦੇ ਮੰਦਰ ਭਾਗ ਕੀਰਤੀਮਾਨ ਹੈ ਤੇਰਾ, ਮੰਦਰ ਭਾਗਾਂ ਦੇ ਨਾਲ ਹੀ ਮਿਲਦਾ ਹੈ। ਸੋਭ ਦੁਆਰੇ, ਤੇਰੇ ਦੁਆਰੇ ਤੇ ਸ਼ੋਭਾ ਹੁੰਦੀ ਹੈ। ਸੁੰਦਰ ਹੈ ਤੇਰਾ ਦਰਵਾਜ਼ਾ ਔਰ ਉਸ ਜਗ੍ਹਾ ਉੱਪਰ ਸ਼ੋਭਾ ਹੀ ਸ਼ੋਭਾ ਹੈ। ਅਨਹਦ ਰੁਣਜਨ ਲਾਏ, ਉੱਥੇ ਅਨਹਦ ਦੇ ਰੁਣਜਨ ਨਾਦ ਵੱਜਦੇ ਨੇ, ਜਿਹੜੇ ਨਾਦ ਰਿਮਝਿਮ ਰੁਣਜੁਣ ਲਾ ਦਿੰਦੇ ਨੇ। ਔਰ ਸਤਿਗੁਰ ਕਹਿੰਦੇ ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਿਆ ਥੀਤੇ ਸਦ ਥਾਏ। ਸਤਿਗੁਰ ਜੀ ਕਹਿੰਦੇ ਹਮੇਸ਼ਾ ਆਨੰਦ ਹੈ, ਕਿਉਂਕਿ ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਸਦਾ ਲਈ ਵਸ ਗਏ ਨੇ ਉਹ ਸਦਾ ਆਤਮਕ ਆਨੰਦ ਹੀ ਮਾਣੇਗਾ। ਉਸ ਦੇ ਹਿਰਦੇ ਘਰ ਵਿੱਚ ਫਿਰ ਭਾਗ ਹੀ ਜਗੇ ਰਹਿਣਗੇ। ਉਸ ਦੇ ਹਿਰਦੇ ਵਿੱਚ ਇੱਕ ਨਾਦ ਵੱਜੇਗਾ ਰੁਣਜੁਣ, ਔਰ ਪ੍ਰਭੂ ਦੇ ਦਰ ਉੱਪਰ ਉਸ ਨੂੰ ਸ਼ੋਭਾ ਮਿਲੇਗੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਆਪ ਸੁਣ ਰਹੇ ਹੋ ਚੜ੍ਹਦੀ ਕਲਾ ਦਾ ਪ੍ਰੋਗਰਾਮ ਆਪਣੇ ਦਾਸ ਗੁਰਦੀਪ ਸਿੰਘ ਦੇ ਨਾਲ। ਅੱਜ ਦੇ ਪਵਿੱਤਰ ਮਹਾਫਰਮਾਨ, ਅੱਜ ਦੇ ਹੁਕਮਨਾਮਾ ਸਾਹਿਬ ਜੀ। ਮੀਤਾ ਐਸੇ ਹਰ ਜਿਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਅਨ ਦਿਨ ਗੁਰ ਮਿਲ ਗਾਏ। ਰਹਾਉ। ਅੱਜ ਦੇ ਪਵਿੱਤਰ ਮਹਾਫਰਮਾਨ ਦੇ ਉੱਤੇ ਵਿਚਾਰ ਕਰਦੇ ਹੋਏ ਆਪ ਜੀ ਦੇ ਦਾਸ ਪਾਸੋਂ ਨੇ ਕਈ ਪ੍ਰਕਾਰ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਹੋ ਗਈਆਂ ਨੇ, ਉਸ ਦੇ ਲਈ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਖਿਮਾ ਮੰਗਦਾ ਹੈ। ਅੱਜ अगस्त महीने की 23 तरीक है और देखते हैं जी अज दे यानी कि 23 अगस्त के किहड़े ਉਹ ਦਿਹਾੜੇ ਨੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਹੈ। ਅੱਜ ਦੇ ਦਿਨ ਭਾਵ 23 ਅਗਸਤ 1922 ਵਾਲੇ ਦਿਨ ਬਾਬਰਾਂ ਵੱਲੋਂ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਸੀ। ਇਹ ਅਪੀਲ ਬਾਬਰ ਅਕਾਲੀ ਦੁਆਬਾ ਨਿਊਜ਼ਪੇਪਰ ਜੋ ਬਾਬਰਾਂ ਵੱਲੋਂ ਕੱਢਿਆ ਜਾਂਦਾ ਸੀ ਉਸ ਦੇ ਵਿੱਚ ਕੀਤੀ ਗਈ ਸੀ। ਬਾਬਰ ਅਕਾਲੀਆਂ ਵੱਲੋਂ ਇਹ ਅਪੀਲ ਇਸ ਕਰਕੇ ਕੀਤੀ ਗਈ ਸੀ ਤਾਂ ਕਿ ਕਿਸੇ ਤਰੀਕੇ ਦੇ ਨਾਲ ਪੰਥ ਇਕੱਠਾ ਹੋ ਸਕੇ ਔਰ ਇਕੱਠੇ ਹੋ ਕੇ ਪੰਥਕ ਸੋਚ ਬਣਾਈ ਜਾ ਸਕੇ। ਜਿਵੇਂ ਆਪ ਜਾਣਦੇ ਹੋ ਕਿ ਪੰਥਕ ਸੋਚ ਦੇ ਲਈ ਹਮੇਸ਼ਾ ਅਪੀਲਾਂ ਹੁੰਦੀਆਂ ਹੀ ਰਹਿੰਦੀਆਂ ਨੇ। ਤਾਂ ਬਾਬਰ ਅਕਾਲੀ ਦੁਆਬਾ ਨਿਊਜ਼ਪੇਪਰ ਦੇ ਵਿੱਚ ਅੱਜ ਦੇ ਦਿਨ ਪੁਰਜ਼ੋਰ 23 ਅਗਸਤ 1922 ਵਾਲੇ ਦਿਨ ਅਪੀਲ ਕੀਤੀ ਗਈ ਸੀ। 23 ਅਗਸਤ 1940 ਵਾਲੇ ਦਿਨ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇਗੀ ਔਰ ਧੋਖਾ ਕਰਦੀ ਆਈ ਹੈ। ਪੰਜਾਬ ਦੇ ਵਿੱਚ ਜੋ ਬਾਰ-ਬਾਰ ਸਿੱਖਾਂ ਦੇ ਨਾਲ ਕੀਤੇ ਉਹਨਾਂ ਨੇ ਵਾਅਦੇ ਤੋੜੇ, ਇਸ ਗੱਲ ਨੂੰ ਲੈ ਕੇ ਸਿੱਖਾਂ ਦੇ ਵਿੱਚ ਇੱਕ ਵਿਚਾਰ ਹੋਈ ਸੀ। ਅੱਜ ਦੇ ਦਿਨ ਭਾਵ 23 ਅਗਸਤ 1978 ਵਾਲੇ ਦਿਨ ਬਾਬਾ ਨਿਸ਼ਚਲ ਸਿੰਘ ਜੀ ਜਿਹੜੇ ਕਿ ਪੰਥਕ ਸੇਵਕ ਦੇ ਮੈਂਬਰ ਸਨ, ਉਹਨਾਂ ਦਾ ਅੱਜ ਦੇ ਦਿਨ ਦੇਹਾਂਤ ਹੋ ਗਿਆ ਸੀ। ਅੱਜ ਦੇ ਦਿਨ ਭਾਵ 23 ਅਗਸਤ 1921 ਵਾਲੇ ਦਿਨ ਗੁਰ ਕੇ ਬਾਗ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੋ ਗਿਆ ਸੀ। ਜਿਵੇਂ ਕਿ ਆਪ ਜਾਣਦੇ ਹੋ ਕਿ ਇਸ ਦੇ ਲਈ ਸਿੱਖਾਂ ਨੂੰ ਬਹੁਤ ਭਾਰਾ ਮੋਰਚਾ ਲਾਣਾ ਪਿਆ ਸੀ। 23 ਅਗਸਤ 1921 ਯਾਨੀ ਕਿ ਅੱਜ ਦੇ ਦਿਨ ਸਿੱਖ ਸੰਗਤਾਂ ਵੱਲੋਂ ਇਸ ਗੁਰਦੁਆਰੇ ਉੱਪਰ ਕਬਜ਼ਾ ਕਰ ਲਿਆ ਗਿਆ ਸੀ।
ਇਹ ਗੁਰਦੁਆਰਾ ਸ਼ਹੀਦ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਯਾਦ ਦੇ ਵਿੱਚ ਹੈ। ਔਰ ਇਸ ਗੁਰਦੁਆਰੇ ਦੇ ਵਿੱਚ ਮਹੰਤਾਂ ਨੇ ਉਹ ਕਰਮ ਕੀਤੇ ਸਨ ਜਿਹੜੇ ਕਿ ਬਾਕੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਮਹੰਤ ਕਰ ਰਹੇ ਸਨ, ਯਾਨੀ ਕਿ ਆਪਣੀਆਂ ਮਨਮਰਜ਼ੀਆਂ ਔਰ ਉਹਦੇ ਮੁਤਾਬਕ ਗੁਰਮਤ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਔਰ ਇੱਥੇ ਹੀ ਬਸ ਨਹੀਂ, ਇਸ ਜਗ੍ਹਾ ਦੇ ਮਹੰਤ ਨੇ ਬਕਾਇਦਾ, ਜਿਸ ਦਾ ਨਾਮ ਮਹੰਤ ਸੁੰਦਰ ਦਾਸ ਹੈ, ਉਸਨੇ ਰਖੈਲ ਵੀ ਰੱਖੀ ਹੋਈ ਸੀ, ਜੋ ਕਿ ਸਿੱਖਾਂ ਦੇ ਲਈ ਕਾਫੀ ਨਿੰਦਣਯੋਗ ਘਟਨਾ ਸੀ। ਔਰ ਐਸਾ ਵੀ ਕਿਹਾ ਜਾਂਦਾ ਹੈ ਕਿ ਮਹੰਤ ਸੁੰਦਰ ਦਾਸ ਨੇ ਆਪਣੀ ਇਸ ਰਖੈਲ, ਜਿਸ ਦਾ ਨਾਂ ਈਸ਼ਰੀ ਸੀ, ਉਸ ਦੇ ਨਾਲ ਵਿਆਹ ਕਰਾਉਣਾ ਵੀ ਮੰਨ ਲਿਆ ਸੀ, ਤਾਂ ਕਿ ਕਿਸੇ ਤਰੀਕੇ ਦੇ ਨਾਲ ਉਹ ਇਸ ਬੇਦਬੀ ਤੋਂ ਬਚ ਸਕੇ। ਔਰ ऐसा भी किया जाता है कि 8 फरवरी वाले दिन महंत सुंदरदास ने अमृत भी छक लिया सी और अपना नाम जोगिंदर सिंह करके रख लिया सी। लेकिन अमृत छकण तो बाद भी उस दियां हरकतां नहीं सन बदलियां। बार बार समझाने की कोशिश कीते जाने के बावजूद भी इसने अपना चाल चलन उस तरह ही रखिया सी। इतिहास विच ऐसा भी है कि महंत सुंदरदास की सरकारी दरबार दे विच खासी पहुँच सी, क्योंकि उस वक्त अंग्रेज़ों की हुकूमत सी और अंग्रेज़ों नूं अपने चमचे चाहिए हुंदे सन और अपने चमचियां नूं राय बहादुर, सरदार बहादुर इदां दे खिताब दे के भी नवाजदे सन ताकि वो उन्हां दी चमचागिरी करते रहन। और उन्हां दे थ्रू वो जिहड़े बागी सन उन्हां दी जानकारी भी लैंदे सन, यानी कि उन्हां दे लई मुखबरी दा काम करिया करदे सन। तो महंत भी उस वक्त सिखां दी मुखबरी दा काम करिया करदा सी और उस वक्त दे सरगर्म अकालियां दियां रिपोर्टां भी वो पहुंचाया करदा सी। तो इस तरीके दे नाल वो काफ़ी मनमानियां कर रहा सी। आखिर सिखां ने गुरु के बाग दे लई फिर मोर्चा ही लगा दिता। इस मोर्चे दे लई लंगर तैयार करने वास्ते इसे ही गुरु के बाग दे नाल लगदी जमीन दे विचों दरखतां तो लकड़ लियाई जांदी सी ताकि गुरु के लंगर तैयार हो सकन। और एक घटना 8 अगस्त 1922 दी है। जदों आपां 8 अगस्त वाले दिन इतिहासक विचार कर रहे सन, उस दिन भी इस गल का जिक्र किया सी कि कुछ को अकाली सिंह लंगर वास्ते लकड़ कट के लियाए सन, पर उन्होंने इस करके गिरफ्तार कर लिया सी क्योंकि महंत सुंदरदास की सरकारी दरबार दे विच काफ़ी चलती सी। SP मैक्सफरसन दे नाल उसदे काफ़ी अच्छे संबंध सन और उस वक्त के DC दे दस्तखतां हेठ आए वारंटां दे मुताबक इन्हां अकालियां नूं गिरफ्तार किया गया सी। अकालियां दी गिरफ्तारी पिछे महंत सुंदरदास की लिखती रिपोर्ट भी शामिल सी, जो कि उसने लिखती रूप दे विच ये भी कहा सी कि उसकी जान नूं खतरा है और इस करके उसनूं हिफाजत चाहिदी है। जिन्हां ਸਿੰਘਾਂ ਨੂੰ गिरफ्तार किया गया सी उन्हां दे विचों कुछ नूं सज़ा भी हुई सी। सिखां दे जत्थे लगातार जाते रहे ताकि गुरुद्वारा साहब नूं इस महंत दे पंजे तो छुड़ाया जा सके। बेगुनाह सिखां दी मार कुटाई हुंदी, लेकिन क्योंकि हुक्म सी कि मोर्चा शांतमई रहण दा है, इस करके मोर्चे नूं पूरी तरह दे नाल शांतमई रखिया गया ताकि
ਸਿੱਖ ਇਹ ਦਿਖਾ ਸਕਣ ਕਿ ਜੇ ਹੁਕਮ ਸ਼ਾਂਤਮਈ ਰਹਿਣ ਦਾ ਤਾਂ ਸ਼ਾਂਤਮਈ ਰਹਿਣ ਦਾ ਜਜ਼ਬਾ ਵੀ ਉਹਨਾਂ ਦੇ ਵਿੱਚ ਭਰਪੂਰ ਹੈ। ਪੁਲਿਸ ਬੱਟਾਂ ਦੇ ਨਾਲ ਵੀ, ਜੋ ਬੰਦੂਕ ਦੇ ਪਿਛਲੇ ਬੱਟ ਸਨ, ਉਹਨਾਂ ਦੇ ਨਾਲ ਸਿੱਖਾਂ ਨੂੰ ਕੁੱਟਦੀ, ਔਰ ਡਾਂਗਾਂ ਦੇ ਨਾਲ ਵੀ, ਲੇਕਿਨ ਸਿੱਖਾਂ ਨੇ ਵੀ ਇਸ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਪੂਰੀ ਸ਼ਾਂਤੀ ਦਾ ਪ੍ਰਤੀਕ, ਪੂਰੀ ਸ਼ਾਂਤੀ ਦਾ ਆਪਣਾ ਪੈਗਾਮ ਦਿੱਤਾ। ਆਖਰ ਸਿੱਖਾਂ ਦੀਆਂ ਕੁਰਬਾਨੀਆਂ ਜੋ ਹਮੇਸ਼ਾ ਰੰਗ ਲਿਆਂਦੀਆਂ ਨੇ, ਰੰਗ ਲਿਆਈਆਂ, ਔਰ ਤਾਰੀਖ ਦੇ ਵਿੱਚ ਇਹ ਸ਼ਾਨ ਦੇ ਨਾਲ ਲਿਖਿਆ ਗਿਆ ਕਿ ਸਿੰਘਾਂ ਵੱਲੋਂ ਇਹ ਮੋਰਚਾ ਵੀ ਫਤਿਹ ਕੀਤਾ ਗਿਆ। ਇਸ ਮੋਰਚੇ ਬਾਰੇ ਭਰਪੂਰ ਜਾਣਕਾਰੀ ਆਉਂਦੇ ਕਿਸੇ ਵਕਤ ਸਮੇਂ ਦੇ ਮੁਤਾਬਕ ਮੈਂ ਆਪ ਜੀ ਨੂੰ ਦੇਵਾਂਗਾ। ਤੋ ਇਹ ਸਨ ਅੱਜ ਦੇ ਇਤਿਹਾਸਿਕ ਦਿਹਾੜੇ ਜਿਨ੍ਹਾਂ ਦਾ ਸੰਬੰਧ ਸਿੱਖ